ਜਿਹੜੇ ਬਾਹਰ ਗਏ ਆ ਉਹਨਾਂ ਦੇ ਵਿੱਚ ਵੀ ਇੰਨੀ ਹਿੰਮਤ ਨਹੀਂ ਹੈਗੀ ਉਹ ਮੇਰੇ ਨਾਲ ਅੱਖ ਮਿਲਾ ਕੇ ਗੱਲ ਕਰ ਲੈਣ। 60,000 ਰੁਪਏ ਦਾ ਕਿੱਲੇ ਦਾ ਕੱਦੂ ਨਿਕਲ ਆਉਂਦਾ ਨਰਮੇ ਦੇ ਵਿੱਚੋਂ। ਜਦੋਂ ਉੱਥੇ ਕੰਮ ਕਰਦੇ ਸੀ ਨਾ, ਸਭ ਤੋਂ ਪਹਿਲਾਂ ਵਿਚਾਰ ਆਉਂਦਾ ਸੀ ਯਾਰ ਜੇ ਇਹਨਾਂ ਕੰਮ ਖੇਤ ਦੇ ਵਿੱਚ ਕੀਤਾ ਹੁੰਦਾ ਨਾ। ਜਿਹੜੇ ਰਵਾਇਤੀ ਖੇਤੀ ਦੇ ਵਿੱਚ ਸਾਡੇ ਕਿਸਾਨ ਜੁੜੇ ਹੈਗੇ ਆ ਉਹ ਸੋਚਦੇ ਆ ਵੀ ਜ਼ਹਿਰਾਂ ਤੋਂ ਬਿਨਾਂ, ਖਾਦਾਂ ਤੋਂ ਬਿਨਾਂ ਕੁਝ ਹੋ ਹੀ ਨਹੀਂ ਸਕਦਾ ਗਾ। ਅਸਲ ਦੇ ਵਿੱਚ ਵਹਾਈ ਦੀ ਵੱਡੀ ਮਸ਼ੀਨਰੀ ਦੀ ਲੋੜ ਨਹੀਂ ਹੈਗੀ। ਹਰੇਕ ਬੰਦਾ ਕਹਿੰਦਾ ਯਾਰ ਆਰਗੈਨਿਕ ਨਰਮਾ ਕਰਕੇ ਤੂੰ ਕੀ ਕਰਨਾ ਵੀ ਇਹ ਕਿਹੜਾ ਕਿਸੇ ਨੇ ਖਾਣਾ ਹੈਗਾ। ਸੁਬਾਹ 7 ਵਜੇ ਜਿਹੜੀ ਸਪਰੇਅ ਵਾਲੀ ਡਰਮੀ ਚੱਕ ਲੈਂਦੇ ਹੈਗੇ ਆ ਔਰ 11-12 ਵਜੇ ਤੱਕ ਸਪਰੇਅ ਕਰਦੇ ਆ ਔਰ ਉਸ ਸਮੇਂ ਦੇ ਵਿੱਚ ਜੇ ਜਿੰਨੇ ਵੀ ਹਜ਼ਾਰਾਂ ਟਿੰਡੇ ਸਾਡੇ ਕਿੱਲੇ ਦੇ ਵਿੱਚ ਲੱਗੇ ਆ ਉਹ ਸਾਰੇ ਦੇ ਸਾਰੇ ਜਦੋਂ ਇਹਦੇ ਤੇ ਤੁਪਕਾ ਬਾਰਿਸ਼ ਦਾ ਪੈ ਗਿਆ, ਪਾਣੀ ਦਾ ਪੈ ਗਿਆ, ਇਹਨੇ ਖਤਮ ਹੋ ਜਾਣਾ। ਉਹਨਾਂ ਦੀ ਨਜ਼ਰੀਏ ਦੇ ਮੁਤਾਬਕ ਇਹ ਕੱਖ ਜਿਹੜਾ ਗੰਦ ਲੱਗਦਾ ਸੀਗਾ, ਵੇਸਟ ਸੀਗਾ ਔਰ ਮੇਰੇ ਨਜ਼ਰੀਏ ਦੇ ਨਾਲ ਸੋਨਾ ਸੀਗਾ। ਇਹਨੂੰ ਵਾਹੁਣਾ ਨਹੀਂ ਹੈਗਾ, ਇਸੇ ਤਰ੍ਹਾਂ ਹੀ ਇਹਦੇ ਤੇ ਸਰੋਂ ਬੀਜ ਦੇਣੀ ਹੈ ਔਰ ਉਹ ਸਰੋਂ ਦਾ ਸਿਰਫ 6 ਗ੍ਰਾਮ ਬੀਜ ਪੈਣਾ। ਸਾਨੂੰ ਇਹ ਦੱਸੋ ਵੀ 6 ਗ੍ਰਾਮ ਬੀਜ ਵਾਸਤੇ ਸਾਨੂੰ ਸਰਕਾਰ ਤੋਂ ਸਬਸਿਡੀ ਦੀ ਲੋੜ ਹੈ? ਸਰਕਾਰ ਸਾਨੂੰ ਜਾਣ ਕੇ ਮੰਗਤੇ ਬਣਾ ਰਹੀ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ RMB ਟੈਲੀਵਿਜ਼ਨ। ਮੈਂ ਰਤਨਦੀਪ ਸਿੰਘ ਧਾਲੀਵਾਲ। ਜਿੱਥੇ ਪੰਜਾਬ ਦੇ ਜੇ ਅਸੀਂ ਨੌਜਵਾਨ ਦੀ ਗੱਲ ਕਰਦੇ ਹਾਂ, ਜਿੱਥੇ ਪੰਜਾਬ ਦਾ ਨੌਜਵਾਨ ਵਿਦੇਸ਼ਾਂ ਵਿੱਚ ਜਾ ਰਿਹਾ ਹੈਗਾ ਇੱਕ ਵਧੀਆ ਭਵਿੱਖ ਦੇ ਲਈ, ਪੈਸੇ ਕਮਾਉਣ ਦੇ ਲਈ ਅਤੇ ਆਪਣੇ ਮਾਤਾ ਪਿਤਾ ਨੂੰ ਇੱਕ ਵਧੀਆ ਜ਼ਿੰਦਗੀ ਦੇਣ ਦੇ ਲਈ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਵਧੀਆ ਭਵਿੱਖ ਦੇਣ ਦੇ ਲਈ। ਪਰ ਦੂਜੇ ਪਾਸੇ ਕੁਝ ਅਜਿਹੇ ਨੌਜਵਾਨ ਨੇ ਪੰਜਾਬ ਦੇ ਵਿੱਚ ਜਿਹੜੇ ਬਾਹਰੋਂ ਇੱਧਰ ਆਏ ਨੇ। ਬਾਹਰ ਕਹਿੰਦੇ ਸੁੱਖ ਬਹੁਤ ਆ, ਵਾਤਾਵਰਨ ਬੜਾ ਵਧੀਆ, ਖਾਣ ਪੀਣ ਬੜਾ ਵਧੀਆ ਹੈਗਾ, ਪਰ ਫਿਰ ਵੀ ਉਹ ਜ਼ਿੰਦਗੀ ਨੂੰ ਉਹ ਲਤਾੜਦੇ ਹੋਏ ਠੋਕਰਾਂ ਮਾਰ ਕੇ ਇੱਧਰ ਆਏ ਨੇ ਅਤੇ ਇੱਧਰ ਆ ਕੇ ਉਹਨਾਂ ਨੇ ਆਪਦੀ ਜ਼ਿੰਦਗੀ, ਆਪਦੇ ਬੱਚਿਆਂ ਦੀ ਜ਼ਿੰਦਗੀ ਅਤੇ ਆਪਦੇ ਪਰਿਵਾਰ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਅਤੇ ਉਹ ਕੋਸ਼ਿਸ਼ਾਂ ਹੁਣ ਰੰਗ ਲਿਆ ਰਹੀਆਂ ਗੀਆਂ। ਇੱਕ ਅਜਿਹਾ ਹੀ ਨੌਜਵਾਨ 2013 ਦੇ ਵਿੱਚ ਯੂਰਪ ਦੀ ਕੰਟਰੀ ਸਪੇਨ ਦੇ ਵਿੱਚ ਜਾਂਦਾ ਗਾ, ਪਰ ਉੱਥੇ ਜਦੋਂ ਜਾਂਦਾ ਜਿਹੜੇ ਉੱਥੋਂ ਦੇ ਹਾਲਾਤ ਦੇਖਦਾ ਗਾ, ਉਸ ਤੋਂ ਬਾਅਦ ਉਹ ਵਾਪਸ ਪੰਜਾਬ ਆਉਂਦਾ ਗਾ ਅਤੇ ਪੰਜਾਬ ਆ ਕੇ ਉਹਦੀ 5-6 ਸਾਲਾਂ ਦੀ ਮਿਹਨਤ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ। ਕਿਰਤੀ ਯੋਧੇ ਦੇ ਨਾਲ ਮਿਲਾਵਾਂਗੇ, ਇੱਕ ਕਿਸਾਨ ਵੀਰ ਦੇ ਨਾਲ ਮਿਲਾਵਾਂਗੇ ਜਿਹੜਾ ਕੁਦਰਤੀ ਖੇਤੀ ਕਰਦਾ, ਆਰਗੈਨਿਕ ਖੇਤੀ ਕਰਦਾ ਗਾ, ਕਿਹੜੀ ਵਿਧੀ ਰਾਹੀਂ ਕਰਦਾ ਗਾ, 5-6 ਸਾਲਾਂ ਤੋਂ ਕਿੰਨਾ ਕੁ ਗਵਾਇਆ ਅਤੇ ਕਿੰਨਾ ਕੁ ਪਾਇਆ ਉਹ ਵੀ ਜਾਣਾਂਗੇ। ਅੱਜ ਅਸੀਂ ਮੌਜੂਦ ਹਾਂ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਕਿੰਗਰਾ ਅਤੇ ਸਾਡੇ ਨਾਲ ਮੌਜੂਦ ਰਹਿਣਗੇ ਬਾਈ ਸੁਖਵਿੰਦਰ ਸਿੰਘ। ਅਤੇ ਪਹਿਲਾਂ ਬਾਈ ਦਾ ਕਰਦੇ ਹਾਂ ਸਵਾਗਤ, ਫਿਰ ਕਰਾਂਗੇ ਗੱਲਾਂ ਬਾਤਾਂ। ਬਾਈ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ RMB ਸਾਰੀ ਟੀਮ ਦਾ ਜੀ। ਔਰ ਤੁਸੀਂ ਇੱਥੇ ਪਹੁੰਚੇ ਹੋ, ਬਹੁਤ ਬਹੁਤ ਇਸ ਗੱਲ ਦੀ ਸਾਨੂੰ ਖੁਸ਼ੀ ਹੈ। 2016 ਤੋਂ ਅਸੀਂ ਇਸ ਮਤਲਬ ਫਗਵਾੜਾ ਤਕਨੀਕ ਜਿਹੜੀ ਆਪਾਂ ਡਾਕਟਰ ਅਵਤਾਰ ਸਿੰਘ ਜੀ ਦੀ ਡਿਵੈਲਪ ਕੀਤੀ ਹੋਈ ਹੈ ਔਰ ਉਸ ਤਕਨੀਕ ਦੇ ਅੰਡਰ ਜਿਹੜਾ ਆਪਣੇ ਖੇਤ ਨੂੰ ਲੈ ਕੇ ਆਂਦਾ ਜੀ। ਔਰ ਉਸ ਤੋਂ ਪਹਿਲਾਂ ਜਿਵੇਂ ਤੁਸੀਂ ਬੋਲ ਕੇ ਹਟੇ ਆ ਕਿ ਜਿਹੜਾ ਵਿਦੇਸ਼ ਦਾ ਜਿਹੜਾ ਸੁਪਨਾ ਹੁੰਦਾ ਤਕਰੀਬਨ ਜਦੋਂ ਅਸੀਂ ਐਜੂਕੇਸ਼ਨ ਲੈਂਦੇ ਹਾਂ ਤਾਂ ਸਾਡੀ ਜਿਹੜੀ ਐਜੂਕੇਸ਼ਨ ਸਿਸਟਮ ਹੈ ਉਹਦੇ ਵਿੱਚ ਹੀ ਇੱਦਾਂ ਦਾ ਮਤਲਬ ਅਤੇ ਔਰ ਮਾਂ ਪਿਓ ਦਾ ਜਿਹੜਾ ਸਿਸਟਮ ਹੈਗਾ ਉਹ ਇੱਦਾਂ ਦਾ ਹੁੰਦਾ ਕਿ ਤੁਸੀਂ ਖੇਤੀ ਤੋਂ ਕੀ ਲੈਣਾ, ਤੁਸੀਂ ਪੜ੍ਹਾਈ ਕਰੋ। ਔਰ ਅਸੀਂ ਪੜ੍ਹਾਈ ਦੇ ਮਤਲਬ ਪੜ੍ਹਾਈ ਦੀ ਦੌਰ ਦੇ ਵਿੱਚ ਜਦੋਂ ਚੱਲਦੇ ਹੈਗੇ ਹਾਂ ਅਤੇ ਪੜ੍ਹਾਈ ਕਰਦੇ ਕਰਦੇ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਅਜਿਹੇ ਫੈਸਲੇ ਲੈ ਜਾਂਦੇ ਹਾਂ ਕਿ ਜਿਹੜੇ ਸਾਡੇ ਲਈ ਬਹੁਤ ਹੀ ਅੱਗੇ ਜਾ ਕੇ ਘਾਤਕ ਸਿੱਧ ਹੁੰਦੇ ਆ, ਸਾਡੇ ਦੇਸ਼ ਲਈ, ਸਾਡੇ ਜਾਂ ਸੱਭਿਆਚਾਰ ਲਈ, ਸਾਡੇ ਪਿਛੋਕੜ ਲਈ। ਔਰ ਉਸ ਸਮੇਂ ਉਮਰ ਨਿਆਣੀ ਹੁੰਦੀ ਆ, ਬਾਹਰਲੀ ਜਿਹੜੀ ਜ਼ਿੰਦਗੀ ਆ ਜੋ ਆਪਾਂ ਫਿਲਮਾਂ ਦੇ ਵਿੱਚ, ਜੋ ਆਪਾਂ ਟੀਵੀਆਂ ਦੇ ਵਿੱਚ ਜਾਂ ਸੁਣਦੇ ਹਾਂ ਹੈ ਨਾ, ਉਸ ਨੂੰ ਦੇਖ ਕੇ ਐਂ ਲੱਗਦਾ ਵੀ ਖਾਣੀ ਪਤਾ ਨਹੀਂ ਕਿੱਡੀ ਕੁ ਵਧੀਆ ਲਾਈਫ ਹੋਊਗੀ। ਪਰ ਜਦੋਂ ਉੱਥੇ ਜਾਂਦੇ ਹਾਂ ਤਾਂ ਉਦੋਂ ਪਤਾ ਲੱਗਦਾ ਹੈ ਕਿ ਉਹ ਜਿਹੜੀ ਲਾਈਫ ਹੈਗੀ ਆ ਉਹ ਆਪਣੀ ਇਸ ਲਾਈਫ ਤੋਂ ਵੀ ਕਿਤੇ ਬੱਤਰ ਹੈ। ਔਰ ਉਸ ਲਾਈਫ ਤੋਂ ਨਿਕਲਣ ਦਾ ਜਿਹੜਾ ਮਤਲਬ ਵਸੀਲਾ ਲੱਭਣਾ ਸ਼ੁਰੂ ਕਰ ਦਿੰਦੇ ਹੈਗੇ ਆ ਸਟਾਰਟਿੰਗ ਦੇ ਵਿੱਚ ਸਾਰੇ ਜਿੰਨੇ ਵੀ ਤਕਰੀਬਨ ਇੱਥੋਂ ਜਾਂਦੇ ਹੈਗੇ ਆ। ਔਰ ਥੋੜ੍ਹੇ ਸਮੇਂ ਦੇ ਵਿੱਚ ਹੀ ਉਹਨੂੰ ਸਰਵਾਈਵ ਕਰਦੇ ਕਰਦੇ ਜਦੋਂ ਉਸ ਸਿਸਟਮ ਦੇ ਵਿੱਚੋਂ ਜਦੋਂ ਘਰਦਿਆਂ ਤੋਂ ਥੋੜ੍ਹਾ ਰਿਸਪੌਂਸ ਮਿਲਦਾ ਅਤੇ ਕਈ ਵੀਰ ਵਾਪਸ ਆ ਜਾਂਦੇ ਆ, ਕਈ ਬਿਲਕੁਲ ਨਿਰਾਸ਼ ਹੋ ਕੇ ਔਰ ਸਾਰਾ ਕੁਝ ਆਪਣਾ ਉਜਾੜ ਕੇ ਵਾਪਸ ਆਉਂਦੇ ਆ। ਔਰ
ਕਈ ਕਾਫੀ ਸਾਲ ਲੱਗ ਜਾਂਦੇ ਆ, ਜਿਨ੍ਹਾਂ ਨੂੰ ਜ਼ਿੰਦਗੀ ਲੱਗ ਜਾਂਦੀ ਉਹਨਾਂ ਦੀ ਉੱਥੇ ਸੈਟਲ ਹੋਣ ਦੇ ਵਿੱਚ। ਔਰ ਸੈਟਲ ਵੀ ਕੀ ਹੁੰਦੇ ਆ ਕਿ ਸਾਰੀ ਉਮਰ ਦੇ ਵਿੱਚ ਘਰ ਨਹੀਂ ਬਣਦਾ। ਜੇ ਮੈਂ ਬਾਈ ਤੁਹਾਨੂੰ ਪੁੱਛਾਂ, ਤੁਹਾਡੇ ਲਈ ਕਿੰਨਾ ਕੁ ਔਖਾ ਸੀ? ਇੱਧਰੋਂ ਪੈਸੇ ਲਾ ਕੇ ਗਏ ਹੋਵੋਗੇ, ਤੁਸੀਂ ਸਟੱਡੀ ਵੀਜ਼ੇ ਤੇ ਬਾਹਰ ਜਾਂਦੇ ਹੋ, ਉਹੀ ਸੁਪਨਾ ਸੋਡਾ ਹੋਊ ਜਿਹੜਾ ਬਾਕੀਆਂ ਦਾ ਹੁੰਦਾ, ਜਾਂ ਬਹੁਤ ਗਿਣਤੀ ਦਾ ਸੁਪਨਾ ਉਹ ਹੁੰਦਾਗਾ। ਕਿੰਨਾ ਕੁ ਔਖਾ ਸੀ ਬਾਈ ਜੀ? ਔਖਾ ਤਾਂ ਇੰਨਾ ਕੁ ਸੀਗਾ ਕਿ ਮੰਨ ਕੇ ਚੱਲੋ ਵੀ ਇੱਕ ਵਾਰ ਜ਼ਿੰਦਗੀ ਐਂ ਲੱਗਦਾ ਸੀ ਵੀ ਇਸ ਤੋਂ ਅੱਗੇ ਜ਼ਿੰਦਗੀ ਨਹੀਂ ਹੈਗੀ, ਔਰ ਜ਼ਿੰਦਗੀ ਨੂੰ ਖਤਮ ਕਰ ਲੈਣਾ ਮੇਰੇ ਖਿਆਲ ਦੇ ਵਿੱਚ ਬਿਹਤਰ ਸਮਝਦਾ ਸੀਗਾ। ਕਿਉਂਕਿ ਘਰਦਿਆਂ ਦਾ ਪ੍ਰੈਸ਼ਰ ਔਰ ਆਪਣੇ ਆਪ ਦਾ ਪ੍ਰੈਸ਼ਰ, ਮਾਨਸਿਕ ਪ੍ਰੈਸ਼ਰ, ਜੇ ਕਹਿ ਲਈਏ ਪੈਸੇ ਦਾ ਪ੍ਰੈਸ਼ਰ, ਸਾਰਾ ਕੁਝ ਸੀਗਾ। ਤੇ ਮੈਨੂੰ ਲੱਗਦਾ ਵੀ ਮੇਰੇ ਪਰਿਵਾਰ ਨੇ ਬਹੁਤ ਸਾਥ ਦਿੱਤਾ, ਜਿਹਨੇ ਮੇਰਾ ਉਸ ਦਲਦਲ ਦੇ ਵਿੱਚੋਂ ਮੈਨੂੰ ਕੱਢਿਆ ਹੈਗਾ। ਔਰ ਮੇਰੇ ਉਸ ਉਹ ਦਿਨ ਮੈਨੂੰ ਕਦੇ ਭੁੱਲਦੇ ਨਹੀਂ। ਜਦੋਂ ਮੈਂ ਯਾਦ ਕਰਦਾ ਮੈਨੂੰ ਲੂੰ ਕੰਡਾ ਖੜਾ ਹੋ ਜਾਂਦਾ ਕਿ ਯਾਰ ਜੇ ਮੈਂ ਉਸ ਜ਼ਿੰਦਗੀ ਦੇ ਵਿੱਚ ਅੱਜ ਹੁੰਦਾ ਤੇ ਮੈਨੂੰ ਲੱਗਦਾ ਵੀ ਸ਼ਾਇਦ ਕਈ ਅਜਿਹੇ ਕਾਰਜ ਰਹਿ ਜਾਣੇ ਸੀਗੇ ਜਿਹੜੇ ਆਪਣੇ ਸਮਾਜ ਦੇ ਲਈ, ਆਪਣੇ ਇੱਥੇ ਜਿੱਥੇ ਆਪਾਂ ਨੂੰ ਜਨਮ ਦਿੱਤਾ ਹੈਗਾ ਕੁਦਰਤ ਨੇ, ਹੈ ਨਾ, ਉਹ ਬੜੀ ਸੋਚ ਸਮਝ ਕੇ ਦਿੱਤਾ ਹੈਗਾ ਉਹਨੇ। ਜੇ ਆਪਣੀ ਅੱਖ ਨੱਕ ਜਿਹੜਾ ਕਿੱਥੇ ਲਾਉਣਾ ਉਹ ਜੇ ਸਹੀ ਲਾ ਸਕਦੀ ਹੈ ਤੇ ਉਹ ਆਪਾਂ ਨੂੰ ਸਹੀ ਜਗ੍ਹਾ ਤੇ ਜਨਮ ਵੀ ਦੇ ਸਕਦੀ ਹੈ, ਔਰ ਸਹੀ ਜਗ੍ਹਾ ਤੇ ਉਹ ਆਪਾਂ ਨੂੰ ਸੈੱਟ ਕਰ ਸਕਦੀ ਹੈ ਜੀ। ਇੱਕ ਬਾਈ ਇਹ ਵੀ ਗੱਲ ਆ, ਜੇ ਤੁਸੀਂ ਗੱਲ ਕਰਦੇ ਹੋ, ਆਪਾਂ 8-8 ਘੰਟੇ ਤੁਸੀਂ ਸ਼ਿਫਟਾਂ ਲਾਉਂਦੇ ਹੋਵੋਗੇ, ਹੈ ਨਾ? ਹਾਂਜੀ ਹਾਂਜੀ। ਕੰਮਕਾਰ ਉੱਥੇ ਬੜਾ ਸਖਤ ਮਿਹਨਤ ਕਰਦੇ ਹੋ, ਹੈ ਨਾ? ਤੇ ਇੱਥੇ ਵੀ ਉਹੀ ਤੁਸੀਂ ਰੂਟੀਨ ਰੱਖਿਆ ਹੈਗਾ ਉਨੀਆਂ ਸ਼ਿਫਟਾਂ ਵਾਲਾ ਕਿ ਕਿਵੇਂ? ਨਹੀਂ, ਉੱਥੇ ਇੱਕ ਚੀਜ਼ ਦਾ ਵਿਚਾਰ ਆਉਂਦਾ ਸੀਗਾ ਕਿ ਜਦੋਂ ਉੱਥੇ ਕੰਮ ਕਰਦੇ ਸੀ ਨਾ, ਸਭ ਤੋਂ ਪਹਿਲਾਂ ਵਿਚਾਰ ਆਉਂਦਾ ਸੀ ਯਾਰ ਜੇ ਇਹਨਾਂ ਕੰਮ ਖੇਤ ਦੇ ਵਿੱਚ ਕੀਤਾ ਹੁੰਦਾ ਨਾ, ਤੇ ਅੱਜ ਮੈਨੂੰ ਲੱਗਦਾ ਵੀ ਖੇਤ ਵੇਖਣ ਯੋਗ ਹੋਣਾ ਸੀਗਾ ਯਾਰ। ਵੀ ਮਤਲਬ ਪਤਾ ਹੀ ਨਹੀਂ ਆਪਾਂ ਕੀ ਕੁਝ ਪੈਦਾ ਕਰ ਸਕਦੇ ਹਾਂ ਇੰਨਾ, ਜੇਕਰ ਮੰਨ ਕੇ ਚਲੋ ਆਪਣੀ ਖੇਤੀ ਤੇ ਆਪਣਾ ਜਿਹੜਾ ਕੰਮਕਾਰ ਪਹਿਲਾਂ ਦਾ ਪਿਛੋਕੜ ਹੈਗਾ ਉਹਨੂੰ ਕਰਿਆ ਜਾਵੇ, ਹੈ ਨਾ। ਔਰ ਉੱਥੋਂ ਇਹ ਗੱਲ ਸਾਬਤ ਹੋਈ, ਔਰ ਉੱਥੋਂ ਮੈਂ ਮਨ ਬਣਾ ਕੇ ਆਇਆ ਸੀ ਕਿ ਮੈਂ ਇੰਡੀਆ ਜਾ ਕੇ ਜਾਂ ਪੰਜਾਬ ਜਾ ਕੇ ਜੇ ਮਾਹੌਲ ਸੈੱਟ ਬਣਦਾ ਤੇ ਮੈਂ ਡੇਅਰੀ ਫਾਰਮ ਕਰੂੰਗਾ। ਔਰ ਡੇਅਰੀ ਫਾਰਮ ਦੇ ਚਲਦੇ ਚਲਦੇ ਕੀ ਹੋਇਆ ਕਿ ਮੈਂ ਫਗਵਾੜਾ ਤਕਨੀਕ ਨਾਲ ਜੁੜਿਆ ਔਰ ਇਹ ਤਕਨੀਕ ਨੂੰ ਸਮਝਿਆ, ਔਰ ਸਮਝ ਕੇ ਮੈਨੂੰ ਲੱਗਿਆ ਕਿ ਮੇਰੇ ਕਰਨ ਯੋਗ ਹੈਗੀ ਆ। ਔਰ ਮੈਂ ਆਪਦੇ ਆਪ ਨੂੰ ਖੁਸ਼ਕਿਸਮਤ ਸਮਝਦਾ ਕਿ ਜਿੰਨੀ ਤਕਨੀਕ ਨੂੰ ਬਰੀਕੀ ਦੇ ਨਾਲ ਇਸ ਨੂੰ ਮੈਂ ਸਮਝਿਆ ਹੈਗਾ, ਮੈਨੂੰ ਲੱਗਦਾ ਵੀ ਹਜੇ ਤੱਕ ਕੋਈ ਵੀ ਕਿਸਾਨ ਉਹਨਾਂ ਬਰੀਕੀ ਦੇ ਨਾਲ ਨਹੀਂ ਸਮਝ ਪਾਇਆ। ਕਿਉਂਕਿ ਇਹ ਤਕਨੀਕ ਹੈ ਜਿਹੜੀ ਇਹ ਕੁਦਰਤ ਵੱਲੋਂ 5 ਤੱਤ ਜਿਹੜੇ ਪ੍ਰਦਾਨ ਕੀਤੇ ਗਏ ਆ, ਜਿਹਦੇ ਵਿੱਚ ਆਪਾਂ ਕਹਿ ਲਈਏ ਧਰਤੀ, ਹਵਾ, ਪਾਣੀ ਔਰ ਸੂਰਜ ਔਰ ਆਕਾਸ਼, ਇਹ 5 ਤੱਤਾਂ ਨੂੰ ਮਤਲਬ ਇਹਨਾਂ ਦੀ ਮੈਨੇਜਮੈਂਟ ਜਿਹੜੀ ਆ ਉਹ ਜੀਵਨ ਦੇ ਵਿੱਚ ਬਹੁਤ ਜ਼ਰੂਰੀ ਆ। ਜਿਵੇਂ ਕਹਿ ਲਈਏ ਆਪਾਂ ਬਨਸਪਤੀ ਜੀਵਨ ਆ, ਉਵੇਂ ਜੀਵ ਜੰਤੂਆਂ ਦਾ ਜੀਵਨ ਹੈ, ਹੈ ਨਾ, ਇਨਸਾਨ ਦਾ ਹੈਗਾ। ਇਹ ਬਨਸਪਤੀ ਦਾ ਵੀ ਉਸੇ ਤਰ੍ਹਾਂ ਇੱਕ ਜੀਵਨ ਚੱਲਦਾ ਹੈਗਾ। ਇਹਦੇ ਵਿੱਚ ਵੀ ਉਹ ਸਾਰੇ 5 ਤੱਤ ਜਿਹੜੇ ਆ ਉਹ ਬਰਾਬਰ ਮਾਤਰਾ ਦੇ ਵਿੱਚ ਹੋਣੇ ਚਾਹੀਦੇ ਆ। ਇਹ ਚੀਜ਼ ਡਾਕਟਰ ਅਵਤਾਰ ਸਿੰਘ ਨੇ ਬੜੀ ਬਰੀਕੀ ਦੇ ਨਾਲ, ਬੜੀ ਮਤਲਬ ਸੰਜੀਦਗੀ ਦੇ ਨਾਲ ਮੈਨੂੰ ਸਮਝਾਈ, ਔਰ ਮੇਰੇ ਦਿਮਾਗ ਦੇ ਵਿੱਚ ਇੰਨੀ ਜ਼ਿਆਦਾ ਮਤਲਬ ਛਾਪ ਕਰ ਗਈ ਇਹ ਕਿ ਮੈਂ ਕਦੇ ਇਹਨੂੰ ਅਵੋਇਡ ਨਹੀਂ ਕਰ ਸਕਦਾ, ਭੁੱਲ ਨਹੀਂ ਸਕਦਾ। ਔਰ ਉਹਨਾਂ ਨੇ ਇਹ ਗੱਲ ਮੰਨੇ ਕਿ ਹਾਂ, ਜੇਕਰ ਕੋਈ ਕਿਸਾਨ ਸਾਨੂੰ ਮਿਲਿਆ ਹੈਗਾ ਕਿ ਜਿਹਨੇ ਇੰਨੀ ਬਰੀਕੀ ਦੇ ਨਾਲ ਸਮਝਿਆ, ਇਹਦਾ ਕਾਰਨ ਕੀ ਸੀਗਾ ਕਿ ਮੈਂ ਰਵਾਇਤੀ ਖੇਤੀ ਨੂੰ ਇੱਕ ਵਾਰ ਛੱਡ ਕੇ ਯਾਰ ਸਟੱਡੀ ਤੋਂ ਬਾਅਦ ਸਿੱਧਾ ਜਦੋਂ ਸ਼ਿਫਟ ਹੋਇਆ ਤੇ ਸਿੱਧਾ ਫਗਵਾੜਾ ਤਕਨੀਕ ਤੇ ਹੀ ਸ਼ਿਫਟ ਹੋਇਆ। ਇਹਦੇ ਕਰਕੇ ਮੈਨੂੰ ਥੋੜਾ ਜਿਹਾ ਸੌਖਾ ਹੋਇਆ, ਕਿਉਂਕਿ ਜਿਹੜੇ ਰਵਾਇਤੀ ਖੇਤੀ ਦੇ ਵਿੱਚ ਸਾਡੇ ਕਿਸਾਨ ਜੁੜੇ ਹੈਗੇ ਆ ਉਹ ਸੋਚਦੇ ਆ ਵੀ ਜ਼ਹਿਰਾਂ ਤੋਂ ਬਿਨਾਂ, ਖਾਦਾਂ ਤੋਂ ਬਿਨਾਂ ਕੁਝ ਹੋ ਹੀ ਨਹੀਂ ਸਕਦਾ ਗਾ। ਉਹਨਾਂ ਦੀ ਇੱਕ ਧਾਰਨਾ ਬਣੀ ਹੈਗੀ ਆ, ਕਿਉਂਕਿ ਇਹਦੇ ਵਿੱਚ ਵੀ ਬਹੁਤ ਵੱਡਾ ਜਾਨੀ ਕਹਿ ਲਓ ਮਗਰ ਇਹਦਾ ਪਲੈਨਿੰਗ ਹੈਗੀ ਆ। ਪਲੈਨਿੰਗ ਕੀ ਹੈਗਾ ਕਿ ਜਦੋਂ ਮੰਨ ਕੇ ਚੱਲੋ ਆਪਾਂ ਫਲੱਡ ਇਰੀਗੇਸ਼ਨ ਕਰਦੇ ਆ ਕਿਸੇ ਵੀ ਫਸਲ ਦੇ ਵਿੱਚ, ਕਿਉਂਕਿ ਕਿਸਾਨ ਆਮ ਹੀ ਆਪਣੇ ਖੇਤਾਂ ਦੇ ਵਿੱਚ ਜਾਣਦੇ ਹੋਣਗੇ ਕਿ ਜਦੋਂ ਫਲੱਡ ਇਰੀਗੇਸ਼ਨ ਕਰਦੇ ਆ ਤੇ ਉਦੋਂ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਫਸਲ ਨਾਲ ਦੀ ਨਾਲ ਯਕਦਮ ਪੀਲੀ ਪੈ ਜਾਂਦੀ ਹੈ 1-2 ਦਿਨ ਦੇ ਵਿੱਚ। ਔਰ ਇਹ ਚੀਜ਼ ਕਿਸੇ ਵੀ ਮਾਹਰ ਨੇ, ਕਿਸੇ ਵੀ ਯੂਨੀਵਰਸਿਟੀ ਦੇ ਕਿਸੇ ਵੀ ਡਾਕਟਰ ਨੇ, ਔਰ ਕਿਸੇ ਵੀ ਕਹਿ ਲਈਏ ਖੇਤੀਬਾੜੀ ਮਹਿਕਮੇ ਨੇ ਸਾਨੂੰ ਇਹ ਨਹੀਂ ਦੱਸਿਆ ਕਿ ਇਹਦਾ ਕਾਰਨ ਕੀ ਆ, ਔਰ ਉਹਦਾ ਹੱਲ ਦੱਸਤਾ ਵੀ ਸਾਨੂੰ ਯੂਰੀਆ ਪਾਓ ਇਹਦੇ ਵਿੱਚ ਖਾਦਾਂ ਵਰਤੋ। ਔਰ ਇਹ ਕਾਰਨ ਨਹੀਂ ਦੱਸਿਆ ਵੀ ਉਹਦਾ ਕਾਰਨ ਕੀ ਆ। ਕਾਰਨ ਕੀ ਹੈਗਾ ਕਿ ਜਿੰਨੀਆਂ ਵੀ ਇਹਦੇ ਵਿੱਚ ਮਾਈਕਰੋਜੀਵ ਜਿਹੜੀ ਖੁਰਾਕ ਬਣਾਉਂਦੇ ਹੈਗੇ ਆ ਜ਼ਮੀਨ ਦੇ ਵਿੱਚ, ਔਰ ਉਹ ਖੁਰਾਕ ਹੈ ਜਿਹੜੀ ਉਹ ਫਸਲ ਨੂੰ ਇੱਕ ਜਿਵੇਂ ਕਹਿ ਲਈਏ ਆਪਣੀ ਰਸੋਈ ਦੇ ਵਿੱਚ ਆਟਾ ਦਾਲ ਸਾਰਾ ਕੁਝ ਪਿਆ ਹੋਵੇ, ਔਰ ਆਪਣੀ ਮਾਤਾ ਨਾ ਹੋਵੇ ਜਾਂ ਰਸੋਈਆ ਨਾ ਹੋਵੇ ਤੇ ਆਪਾਂ ਨੂੰ ਬਣਾ ਕੇ ਖਵਾਉਣ ਵਾਲਾ ਨਾ ਹੋਵੇ, ਔਰ ਆਪਾਂ ਘਰੇ ਭੁੱਖੇ ਬੈਠੇ ਰਵਾਂਗੇ ਜਿੰਨਾ ਚਿਰ ਰਸੋਈਆ ਨਹੀਂ ਆਊਗਾ। ਔਰ ਜਾਂ ਫਿਰ ਆਪਣੇ ਕੋਲੇ ਦੂਜੀ ਆਪਸ਼ਨ ਹੈ ਕਿ ਆਪਾਂ ਬਾਜ਼ਾਰ ਦੇ ਵਿੱਚੋਂ ਮੰਗਾਈਏ ਔਰ ਆਪਣਾ ਮਤਲਬ ਬਣਿਆ ਬਣਾਇਆ ਖਾਣਾ ਉਹ ਖਾ ਲਈਏ। ਉਸੇ ਤਰ੍ਹਾਂ ਅਸੀਂ ਕੀ ਕਰਦੇ ਹਾਂ, ਫਸਲ ਦੇ ਵਿੱਚ ਯੂਰੀਆ DAP ਲਿਆ ਕੇ ਪਾਸਿਓਂ ਜਿਹੜੇ ਤੱਤ ਉਹ ਪਾਉਣੇ ਆ, ਔਰ ਜਿਹੜਾ ਜ਼ਮੀਨ ਦੇ ਵਿੱਚ ਬਿਨਾਂ ਬਣਿਆ ਹੋਇਆ ਪਿਆ ਹੈਗਾ ਉਹ ਉੱਥੇ ਹੀ ਪਿਆ, ਉਹਦਾ ਮਤਲਬ ਜਿਹੜਾ ਫਲੱਡ ਇਰੀਗੇਸ਼ਨ ਉਹਨੂੰ ਥੱਲੇ ਚੀਰ ਦਿੰਦਾ। ਔਰ ਇਹਨੂੰ ਆਪਾਂ ਇਹਦੇ ਵਿੱਚ ਜਿਹੜੇ ਮਾਈਕਰੋਜੀਵ ਹੈਗੇ ਆ ਉਹ ਉਸ ਭੋਜਨ ਨੂੰ ਬਣਾਉਣ ਦਾ ਕੰਮ ਕਰਦੇ ਆ, ਔਰ ਉਹਨਾਂ ਨੂੰ ਬਚਾਉਣ ਦੀ ਲੋੜ ਆ।
ਉਹ ਬਚਣਗੇ ਕਿਵੇਂ ਜੇਕਰ ਅਸੀਂ ਫਲੱਡ ਇਰੀਗੇਸ਼ਨ ਬੰਦ ਕਰਾਂਗੇ। ਮੈਂ ਦਾਅਵੇ ਨਾਲ ਕਹਿਣਾ ਕਿ ਅੱਜ ਜੇਕਰ ਖੇਤੀਬਾੜੀ ਯੂਨੀਵਰਸਿਟੀ ਖੇਤੀਬਾੜੀ ਮਾਹਰ ਅੱਜ ਇਹ ਗੱਲ ਕਰਦੇ ਨੇ ਕਿ ਜਿਹੜਾ ਇਹ ਖੇਤੀ ਦੇ ਵਿੱਚ ਹੈਗਾ ਫਲੱਡ ਇਰੀਗੇਸ਼ਨ ਬੰਦ ਕਰ ਦੇਣ ਔਰ ਬੈਡਾਂ ਤੇ ਖੇਤੀ ਕਰਨ, ਉਹ ਪਾਣੀ ਨੂੰ ਪਾਣੀ ਦੇ ਸੁਭਾਅ ਮੁਤਾਬਕ ਨੀਵੇਂ ਥਾਂ ਰੱਖਣ, ਕਿਉਂਕਿ ਕੁਦਰਤ ਨੇ ਪਾਣੀ ਨੂੰ ਨੀਵੇਂ ਥਾਂ ਰੱਖਿਆ, ਜਿੱਧਰ ਨੂੰ ਨਿਵਾਣ ਹੁੰਦੀ ਹੈ ਪਾਣੀ ਉੱਧਰ ਨੂੰ ਜਾਂਦਾ, ਔਰ ਹਵਾ ਉੱਪਰ ਨੂੰ ਜਾਂਦੀ ਹੈ। ਔਰ ਦੋਨੋਂ ਚੀਜ਼ਾਂ ਹੀ ਪੌਦੇ ਲਈ ਜ਼ਰੂਰੀ ਆ, ਪਰ ਦੋਨੋਂ ਚੀਜ਼ਾਂ ਇਕੱਠੀਆਂ ਨਹੀਂ ਹੋ ਸਕਦੀਆਂ। ਜਿੱਥੇ ਹਵਾ ਉੱਥੇ ਪਾਣੀ ਨਹੀਂ, ਜਿੱਥੇ ਪਾਣੀ ਹੈ ਉੱਥੇ ਹਵਾ ਨਹੀਂ। ਇਹ ਦੋਨੋਂ ਚੀਜ਼ਾਂ ਕਦੇ ਇਕੱਠੀਆਂ ਨਹੀਂ ਹੋ ਸਕਦੀਆਂ। ਇਸ ਕਰਕੇ ਇਹਨੂੰ ਸਮਝਣ ਦੀ ਲੋੜ ਆ ਵੀ ਇਹ ਦੋਹੇ ਚੀਜ਼ਾਂ ਆਪਾਂ ਇਹਨਾਂ ਨੂੰ ਕਿਵੇਂ ਪ੍ਰੋਵਾਈਡ ਕਰਨੀਆਂ। ਪ੍ਰੋਵਾਈਡ ਕਿਵੇਂ ਹੋ ਸਕਦੀਆਂ ਜੇਕਰ ਆਪਾਂ ਇਹਨਾਂ ਨੂੰ ਬੈਡਾਂ ਦੇ ਉੱਪਰ ਜੀਵਨ ਆ ਜਿਹੜਾ ਉਹ ਹਮੇਸ਼ਾ ਉੱਪਰ ਉੱਚੀ ਜਗ੍ਹਾ ਤੇ ਜਿਹੜਾ ਮਤਲਬ ਪਣਪਦਾ ਹੈਗਾ, ਔਰ ਪਾਣੀ ਜਿੱਥੇ ਪਾਣੀ ਦੇ ਸੋਮੇ ਹੋਣ ਉੱਥੇ ਜ਼ਿਆਦਾ ਮਤਲਬ ਜਿੰਨੇ ਵੱਡੇ ਸ਼ਹਿਰ ਤੁਸੀਂ ਵੇਖੋ ਡਿਵੈਲਪ ਹੋਏ ਆ ਸਮੁੰਦਰਾਂ ਦੇ ਕੰਢੇ ਦਰਿਆਵਾਂ ਦੇ ਕੰਢਿਆਂ ਤੇ, ਉਹ ਵੱਡੇ ਸ਼ਹਿਰ ਜ਼ਿਆਦਾ ਡਿਵੈਲਪ ਹੋਏ ਆ ਜਿੱਥੇ ਪਾਣੀ ਦਾ ਸੋਮ ਹੈ, ਔਰ ਉਹ ਸ਼ਹਿਰ ਉੱਚੇ ਥਾਂ ਤੇ ਡਿਵੈਲਪ ਹੋਏ ਆ। ਉਹਦਾ ਕਾਰਨ ਕੀ ਆ, ਤੁਸੀਂ ਕਿਤੇ ਵੀ ਬਨਸਪਤੀ ਦੀ ਨਿਗਾਹ ਮਾਰ ਲਓ, ਜਿੱਥੇ ਉੱਚੀ ਜਗ੍ਹਾ ਉੱਥੇ ਬਨਸਪਤੀ ਹੈਗੀ ਆ, ਔਰ ਨੀਵੀਂ ਜਗ੍ਹਾ ਤੇ ਪਾਣੀ ਦਾ ਸੋਮ ਹੈ। ਜੀ ਇੱਕ ਸੁਖਵਿੰਦਰ ਜੀ ਇਹ ਵੀ ਮੈਂ ਪੁੱਛਣਾ ਚਾਹੂੰਗਾ ਵੀ ਜਿਵੇਂ ਪਹਿਲਾਂ ਮੈਂ ਭੂਮਿਕਾ ਦੇ ਵਿੱਚ ਗੱਲ ਕੀਤੀ ਆ ਵੀ ਬਾਹਰ ਆਉਣ ਤੋਂ ਬਾਅਦ ਜਦੋਂ ਬਾਹਰੋਂ ਤੁਸੀਂ ਆਏ ਹੋ ਇੱਧਰ ਪੰਜਾਬ ਆ ਗਏ, ਅੱਛਾ ਜੀ, ਕਿੰਨਾ ਕੁ ਖੋਇਆ ਕਿੰਨਾ ਕੁ ਪਾਇਆ? ਉਸ ਸਮੇਂ ਜੀ ਤਕਰੀਬਨ ਪੈਸੇ ਦਾ ਕਾਫੀ ਨੁਕਸਾਨ ਹੋ ਗਿਆ ਸੀਗਾ। ਤਕਰੀਬਨ ਮੰਨ ਕੇ ਚੱਲੋ ਵੀ ਜਿੰਨਾ ਪੈਸਾ ਲੱਗਾ ਉਹਦੇ ਵਿੱਚੋਂ ਮੈਂ ਕੁਝ ਵੀ ਵਾਪਸ ਨਹੀਂ ਕਰ ਪਾਇਆ ਸੀਗਾ, ਉਲਟਾ ਸਗੋਂ ਜੇ ਕਹਿ ਲਈਏ ਵੀ ਜਿੰਨਾ ਚਿਰ ਉੱਥੇ ਰਿਹਾ ਉਨਾ ਚਿਰ ਉਸ ਪੈਸੇ ਦਾ ਹੋਰ ਵੀ ਲਾਸ ਹੁੰਦਾ ਰਿਹਾ। ਔਰ ਮੈਂ ਸੋਚਦਾ ਵੀ ਜੇਕਰ ਇਹ ਫੈਸਲਾ ਮੈਂ ਹੋਰ ਵੀ ਜਲਦੀ ਲਿਆ ਹੁੰਦਾ ਤੇ ਸ਼ਾਇਦ ਮੰਨ ਕੇ ਚੱਲੋ, ਪਰ ਕਿਤੇ ਨਾ ਕਿਤੇ ਕੁਦਰਤ ਜੋ ਕਰਦੀ ਹੈ ਸਹੀ ਕਰਦੀ ਹੈ। ਜੇ ਮੈਂ ਜਲਦੀ ਫੈਸਲਾ ਲੈਂਦਾ ਤੇ ਮੈਨੂੰ ਲੱਗਦਾ ਫਿਰ ਮੇਰੇ ਦਿਮਾਗ 'ਚ ਕੀੜਾ ਹੋਣਾ ਸੀਗਾ ਵੀ ਕਿਸੇ ਹੋਰ ਦੇਸ਼ ਲਈ, ਕੰਟਰੀ ਲਈ, ਹੋਰ ਲਈ ਟਰਾਈ ਕਰੀਏ, ਔਰ ਫਿਰ ਕੀ ਹੋਣਾ ਸੀ, ਫਿਰ ਦੁਬਾਰਾ ਉਹੀ ਕੰਮ ਹੋਣਾ ਸੀ। ਔਰ ਜਿੰਨਾ ਉੱਥੇ ਮਤਲਬ ਕਿ ਖੱਜਲ ਹੋਇਆ, ਜਦੋਂ ਪਤਾ ਲੱਗਿਆ, ਐਨਾਲਾਈਜ਼ ਕੀਤਾ ਕਿ ਸਾਰੇ ਸਿਸਟਮ ਦੂਜੀਆਂ ਕੰਟਰੀਆਂ ਦਾ ਕੀ ਸਿਸਟਮ ਹੈ, ਤੇ ਤਕਰੀਬਨ ਫੀਡਬੈਕ ਹੈ ਜਿਹੜੀ ਉਹ ਸਹੀ, ਜਿਹੜੀ ਸੱਚਾਈ ਆ ਉਹ ਇਹੀ ਆਈ ਹੈ ਕਿ ਜਿਹੜਾ ਵਿਦੇਸ਼ਾਂ 'ਚ ਜਾਣਾ ਔਰ ਵਿਦੇਸ਼ਾਂ ਦੇ ਵਿੱਚ ਜੀਵਨ ਸੈੱਟ ਕਰਨਾ ਬੜਾ ਹੀ ਮੁਸ਼ਕਲ ਆ, ਔਰ ਇਸ ਦੇ ਲਈ ਜੋ ਹੈ ਅਸੀਂ ਉਹ ਵੀ ਗਵਾ ਪੈਂਦੇ ਹਾਂ। ਕਿਉਂਕਿ ਸਾਡੇ ਦਾਦਿਆਂ ਨੇ, ਸਾਡੇ ਪਿਤਾ ਨੇ ਜਿਹੜੀ ਮਤਲਬ ਮਿਹਨਤ ਕਰਕੇ ਜਿਸ ਲੈਵਲ ਤੇ ਸਾਨੂੰ ਖੜੇ ਕਰਿਆ ਹੁੰਦਾ, ਅਸੀਂ ਉਹਨੂੰ ਛੱਡ ਕੇ, ਉਹਨੂੰ ਠੋਕਰ ਮਾਰ ਕੇ ਅਸੀਂ ਫਿਰ ਜ਼ੀਰੋ ਤੇ ਸ਼ੁਰੂ ਹੋ ਜਾਂਦੇ ਹਾਂ। ਜਿਹੜੀ ਬੇਰੁਜ਼ਗਾਰੀ ਉਹ ਕਿਉਂ ਪੈਦਾ ਹੋਈ ਹੈ ਜੀ? ਸਾਡੀ ਐਜੂਕੇਸ਼ਨ ਨੇ ਸਾਡੇ ਜਿਹੜੇ ਸਾਡੇ ਕਿੱਤੇ ਸੀਗੇ ਉਹਨਾਂ ਕਿੱਤਿਆਂ ਨੂੰ ਪ੍ਰਮੋਟ ਕਰਨ ਦੀ ਬਜਾਏ ਸਾਨੂੰ ਉਹਨਾਂ ਕਿੱਤਿਆਂ ਨੂੰ ਤੋੜ ਕੇ ਦੂਸਰੇ ਪਾਸੇ ਸ਼ਿਫਟ ਕੀਤਾ। ਜਦੋਂ ਹੀ ਸ਼ਿਫਟ ਕਰ ਲਿਆ ਤੇ ਉਦੋਂ ਬੇਰੁਜ਼ਗਾਰ ਹੋ ਗਏ ਸੀ ਜੀ। ਜੇਕਰ ਸਾਨੂੰ ਦੂਸਰੇ ਕਿੱਤੇ 'ਚ ਕੋਈ ਕੰਮ ਨਹੀਂ ਮਿਲਿਆ ਜਾਂ ਬਾਹਰ ਜਾ ਕੇ ਸਾਡੀ ਸੈਟਿੰਗ ਨਹੀਂ ਹੋਈ ਤੇ ਅਸੀਂ ਬੇਰੁਜ਼ਗਾਰ ਹਾਂ। ਔਰ ਜੇ ਬੇਰੁਜ਼ਗਾਰ ਹੈਗੇ ਆ, ਜੇਕਰ ਸਾਡੀ ਸੈਟਿੰਗ ਹੋ ਵੀ ਜਾਂਦੀ ਹੈ ਤੇ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਬੇਰੁਜ਼ਗਾਰ ਹੈ, ਉਹਨਾਂ ਦਾ ਵਸੀਲਾ ਕਰਨਾ ਪਊਗਾ ਜੀ। ਇਹ ਬੇਰੁਜ਼ਗਾਰੀ ਹੈ ਜਿਹੜੀ ਪਰਮਾਨੈਂਟ ਬੇਰੁਜ਼ਗਾਰੀ ਜਿਹੜੀ ਪੈਦਾ ਕਰ ਦਿੰਦੀ ਹੈ ਜੇਕਰ ਤੁਸੀਂ ਆਪਦੇ ਕਿੱਤੇ ਤੋਂ ਹਟਦੇ। ਔਰ ਪੰਜਾਬ ਇੱਕ ਇਹੋ ਜਿਹਾ, ਭਾਰਤ ਇੱਕ ਇਹੋ ਜਿਹਾ ਮਤਲਬ ਦੇਸ਼ ਹੈਗਾ ਜਿਹਦੇ ਵਿੱਚ ਹਰ ਇੱਕ ਬੰਦਾ ਆਪਦੇ ਪਿਤਾ ਪੁਰਖੀ ਧੰਦੇ ਨਾਲ ਜੁੜਿਆ ਹੋਇਆ, ਚਾਹੇ ਉਹ ਲੁਹਾਰ ਹੈ, ਚਾਹੇ ਉਹ ਸੁਨਿਆਰ ਹੈ, ਚਾਹੇ ਉਹ ਦੁਕਾਨਦਾਰ ਹੈ, ਚਾਹੇ ਉਹ ਕਿਸਾਨ ਹੈ, ਉਹ ਆਪਣੇ ਪਿਤਾ ਪੁਰਖੀ ਧੰਦੇ ਨਾਲ ਜੁੜਿਆ ਹੋਇਆ। ਔਰ ਪਿਤਾ ਪੁਰਖੀ ਧੰਦੇ ਦੇ ਵਿੱਚ ਇੰਨੀ ਜਿਹੜੀ ਆ, ਤੁਸੀਂ ਦੇਖੋ ਗੁਰੂ ਸਾਹਿਬ ਦੇ ਫਰਮਾਨ ਹੈਗੇ ਆ ਕਿ ਉੱਤਮ ਖੇਤੀ ਮੱਧਮ ਵਪਾਰ, ਹੈ ਨਾ, ਨਿਖਿੱਧ ਚਾਕਰੀ। ਉਹਨਾਂ ਨੇ ਜਿਹੜੀ ਨੌਕਰੀ ਨੂੰ ਉਹਨੂੰ ਨਿਖਿੱਧ ਕਿਉਂ ਕਿਹਾ ਹੈਗਾ, ਉਹ ਅਸੀਂ ਉਹਨੂੰ ਗਲਤ ਸਾਬਤ ਕਰ ਬੈਠੇ। ਅਸੀਂ ਸੋਚਦੇ ਹਾਂ ਕਿ ਅਸੀਂ ਸਿਆਣੇ ਹੋ ਗਏ, ਅਸੀਂ ਪੜ੍ਹ ਲਿਖ ਗਏ ਹਾਂ, ਅਸੀਂ ਮਤਲਬ ਗੁਰੂ ਸਾਹਿਬ ਦੇ ਜਿਹੜੇ ਬਚਨ ਹੈਗੇ ਆ ਉਹਨਾਂ ਨੂੰ ਅਸੀਂ ਗਲਤ ਠਹਿਰਾ ਰਹੇ ਹਾਂ, ਔਰ ਉਹ ਗਲਤ ਨਹੀਂ ਹੈਗਾ। ਕਿਤੇ ਨਾ ਕਿਤੇ ਅਸੀਂ ਗਲਤ ਹੈਗੇ ਹਾਂ। ਗਲਤ ਕਿਵੇਂ ਆ ਕਿ ਜਾਂ ਤਾਂ ਸਾਡੇ ਤੋਂ ਕਿਤੇ ਨਾ ਕਿਤੇ ਕੋਈ ਗਲਤੀ ਕਰਵਾਈ ਜਾ ਰਹੀ ਹੈ, ਕੁਤਾਹੀ ਕਰਾਈ ਜਾ ਰਹੀ ਹੈ। ਕਿਉਂਕਿ ਜਿਹੜਾ ਮੈਂ ਸੋਚਦਾ ਵੀ ਜਿਹੜੀ ਐਜੂਕੇਸ਼ਨ ਸਾਨੂੰ ਕਿਤਾਬਾਂ 'ਚੋਂ ਜਾਂ ਕਾਲਜਾਂ ਸਕੂਲਾਂ 'ਚੋਂ ਮਿਲਦੀ ਹੈ ਉਹ ਠੀਕ ਆ, ਅਸੀਂ ਕਿਤਾਬਾਂ 'ਚ ਪੜ੍ਹ ਸਕਦੇ ਹਾਂ। ਔਰ ਜਿਹੜਾ ਇਨਸਾਨ ਉਹ ਐਜੂਕੇਸ਼ਨ ਲੈਣ 'ਚ ਕਾਮਯਾਬ ਹੋ ਗਿਆ ਜਿਹੜੀ ਕਿਸੇ ਕਿਤਾਬ 'ਚ ਨਹੀਂ ਲਿਖੀ ਹੈਗੀ, ਉਸ ਨੂੰ ਪੜ੍ਹਨ ਲੱਗ ਗਏ ਨਾ ਜਿਸ ਦਿਨ, ਉਸ ਦਿਨ ਤੁਸੀਂ ਐਜੂਕੇਟ ਹੋਵੋਗੇ। ਔਰ ਉਸ ਐਜੂਕੇਸ਼ਨ ਨੇ ਤੁਹਾਨੂੰ ਜਿਹੜਾ ਸਿਖਰਾਂ ਤੇ ਪਹੁੰਚਾਉਣਾ। ਤੁਸੀਂ ਦੇਖੋ ਜਿੰਨੇ ਵੀ ਮਤਲਬ ਵਿਗਿਆਨੀ ਹੋਇਆ ਉਹਨਾਂ ਨੂੰ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਦਰਕਨਾਰ ਕੀਤਾ ਜਾਂਦਾ ਸੀਗਾ, ਕਿਉਂਕਿ ਉਹਨਾਂ ਨੂੰ ਕਹਿੰਦੇ ਸੀ ਵੀ ਇਹਨਾਂ ਨੂੰ ਸਮਝ ਨਹੀਂ ਹੈਗੀ ਜਾਂ ਇਹਨਾਂ ਦਾ ਦਿਮਾਗ ਹੈ ਜਿਹੜਾ ਉਹ ਸਹੀ ਨਹੀਂ ਹੈਗਾ। ਇੱਥੋਂ ਤੱਕ ਕਿ ਗੁਰੂ ਨਾਨਕ ਸਾਹਿਬ ਨੂੰ ਵੀ ਤੁਸੀਂ ਦੇਖੋ ਵੀ ਉਹਨਾਂ ਨੂੰ ਵੀ ਪੜ੍ਹਾਈ ਮਤਲਬ ਪਾਂਦੇ ਨੇ ਕਹਤਾ ਵੀ ਇਹਨੂੰ ਨਹੀਂ ਮੈਂ ਪੜ੍ਹਾ ਸਕਦਾ ਗਾ। ਕਾਰਨ ਕੀ ਹੈ? ਉਹਦਾ ਕਾਰਨ ਇਹੀ ਹੈ ਕਿ ਜਿਹੜੀ ਪੜ੍ਹਾਈ ਸਾਨੂੰ ਪੜ੍ਹਾਈ ਜਾ ਰਹੀ ਆ ਉਹ ਜੋ ਸਾਨੂੰ ਚਾਹੁੰਦੇ ਆ ਉਹ ਪੜ੍ਹਾ ਸਕਦੇ ਆ, ਔਰ ਜਿਹੜੀ ਅਸੀਂ ਪੜ੍ਹਨੀ ਆ ਜਾਂ ਸਾਨੂੰ ਕੁਦਰਤ ਨੇ ਸਿਖਾਉਣੀ ਆ ਉਹ ਕਿਸੇ ਕਿਤਾਬ ਦੇ ਵਿੱਚ ਨਹੀਂ ਹੋਊਗੀ। ਫਿਰ ਜੇ ਤੁਸੀਂ ਉਸ ਪੜ੍ਹਾਈ ਦੀ ਗੱਲ ਕਰਦੇ ਹੋ ਜਿਹੜੀ ਕੁਦਰਤ ਨੇ ਸਿਖਾਈ, ਸੁਖਵਿੰਦਰ ਨੂੰ ਕੁਦਰਤ ਨੇ ਕੀ ਸਿਖਾਇਆ? 5 ਸਾਲ ਹੋ ਗਏ ਤੁਹਾਨੂੰ ਇੱਥੇ। ਮੈਨੂੰ ਇੱਕ ਚੀਜ਼ ਸਭ ਤੋਂ ਜਿਹੜੀ ਮੇਨ ਸਿਖਾਈ ਆ ਉਹ ਇਹ ਸਿਖਾਈ ਆ ਕੁਦਰਤ ਨੇ ਕਿ ਅਸੀਂ ਜਿਹੜਾ ਇਨਸਾਨ ਆ ਨਾ ਧਰਤੀ ਦੇ ਉੱਪਰ, ਉਹ ਹਰ ਇੱਕ ਚੀਜ਼ ਨੂੰ ਮਾਰਨ ਤੇ ਤੁਰਿਆ ਹੋਇਆ, ਔਰ ਕੁਦਰਤ ਸਾਰੇ ਚੀਜ਼ਾਂ ਨੂੰ ਬੈਲੈਂਸ ਦੇ ਵਿੱਚ ਰੱਖਦੀ ਹੈ।
ਜਦੋਂ ਵੀ ਕਿਸੇ ਚੀਜ਼ ਦਾ ਨਾਸ਼ ਕਰਨਾ ਹੁੰਦਾ, ਜਿਹਦੀ ਡਿਊਟੀ ਲਾਈ ਹੁੰਦੀ ਆ ਉਹੀ ਕੀੜਾ ਜਾਂ ਉਹੀ ਮੱਖੀ ਜਾਂ ਉਹੀ ਮੱਛਰ ਕਰਦਾ। ਔਰ ਇਨਸਾਨ ਇੱਕ ਇਹੋ ਜਿਹਾ ਜਿਹੜਾ ਜਿਹੜੀ ਵੀ ਚੀਜ਼ ਸਾਹਮਣੇ ਆਉਂਦੀ ਹੈ ਉਸੇ ਨੂੰ ਮਾਰਨ ਤੁਰ ਜਾਂਦਾ। ਔਰ ਇਹਨੇ ਮਾਰਦੇ ਨੇ ਇਹੋ ਜਿਹੇ ਹਾਲਾਤ ਪੈਦਾ ਕਰ ਲਏ ਕਿ ਇਹਨੇ ਆਪ ਦੀ ਮੌਤ ਸੇੜ ਲਈ। ਔਰ ਸਾਡੀ ਜਿਹੜੀ ਮੈਂ ਪੁੱਛਣਾ ਚਾਹੁੰਦਾ, ਜਿਹੜੀ ਤਰੱਕੀ ਦੀ ਅਸੀਂ ਗੱਲ ਕਰਦੇ ਹਾਂ, ਉਸ ਤਰੱਕੀ ਨੇ ਸਾਨੂੰ 120 ਸਾਲ ਤੋਂ 60 ਸਾਲ ਤੇ ਲਿਆਤਾ। ਇਹ ਤਰੱਕੀ ਕੀਤੀ ਅਸੀਂ, ਇਹ ਸਾਡੀਆਂ ਖੋਜਾਂ ਨੇ, ਜਿਹੜੀਆਂ ਖੋਜਾਂ ਨੇ ਸਾਨੂੰ 120 ਸਾਲ ਤੋਂ 60 ਸਾਲ ਤੇ ਲਿਆਂਦਾ। ਸਾਡੇ ਜਿਹੜੇ ਮਤਲਬ ਸਿਸਟਮ ਹੈਗਾ, ਪਰਿਵਾਰ ਹੈਗੇ ਉਹ ਖਤਮ ਕਰਤੇ। ਸੁੰਗੜ ਕੇ ਪਰਿਵਾਰ ਤੁਸੀਂ ਦੇਖੋ 3 ਜੀਆਂ ਦਾ ਰਹਿ ਗਿਆ। ਜੇਕਰ ਕਿਸੇ ਦੇ ਬੱਚਾ ਹੁੰਦਾ, ਉਹਦੇ ਬੇਟਾ ਹੁੰਦਾ, ਤੇ ਔਰ ਉਹ ਅਗਲਾ ਬੱਚਾ ਲੈਣ ਦਾ ਚਾਂਸ ਨਹੀਂ ਲੈਂਦਾ। ਔਰ ਸਾਡੇ ਦਾਦੇ ਦੇ 9 ਬੱਚੇ ਸੀਗੇ, ਔਰ 9 ਦੇ 9 ਹੀ ਅੱਜ ਵੈਲ ਸੈਟਡ ਹੈ, ਵਧੀਆ ਪਰਿਵਾਰਾਂ ਦੇ ਵਿੱਚ ਸੈਟਡ ਹੈ। ਔਰ ਅਸੀਂ ਉਸੇ ਜ਼ਮੀਨ ਦੇ ਵਿੱਚੋਂ ਮਤਲਬ 4 ਹੈਗੇ ਆ ਮੇਰੇ ਡੈਡੀ ਹੋਰੀ, ਔਰ ਉਹਨਾਂ ਨੇ 4 ਨੇ ਇਸੇ ਹੀ ਜ਼ਮੀਨ ਦੇ ਵਿੱਚੋਂ ਪੂਰਾ ਵਧੀਆ ਜੀਵਨ ਜਿਉਂ ਰਹੇ ਆ। ਔਰ ਅੱਗੇ ਨੈਕਸਟ ਅਸੀਂ 2 ਭਰਾ ਹੈਗੇ ਆ, ਔਰ ਅਸੀਂ ਸਾਡਾ ਵਧੀਆ ਚੱਲ ਰਿਹਾ। ਕਿ ਕੁਦਰਤ ਨੇ ਐਡਾ ਬਾਕਮਾਲ ਸਿਸਟਮ ਸਿਰਜਿਆ ਹੈਗਾ, ਜਿਹਦੇ ਵਿੱਚ ਜਿਵੇਂ ਇਹ ਕਹਿ ਦਿੰਦੇ ਹੈਗੇ ਕਿ ਆਹ ਸਿਸਟਮ ਐਂ ਕਰਨਾ ਚਾਹੀਦਾ। ਮਤਲਬ ਇਹ ਜਿਹੜੀਆਂ ਪੜ੍ਹਾਈਆਂ ਸਾਨੂੰ ਕਰਾਈਆਂ ਜਾ ਰਹੀਆਂ ਕਮਰਸ਼ੀਅਲ ਤੇ, ਔਰ ਇਹ ਸਾਨੂੰ ਜਿਹੜੀਆਂ ਕਹਿੰਦੇ ਬੇਰੁਜ਼ਗਾਰੀ ਵੱਲ ਧੱਕਣ ਵਾਲੀਆਂ ਹੈਗੀਆਂ। ਇੱਕ ਜਿਹੜੀ ਤੁਸੀਂ ਇਹ ਖੇਤੀ ਕਰ ਰਹੇ ਹੋ, ਇਹ ਖੇਤੀ ਨੇ ਤੁਹਾਨੂੰ ਕੀ ਸਿਖਾਇਆ? ਜਿਵੇਂ ਤੁਸੀਂ ਬਾਰਿਸ਼ ਦੀ ਗੱਲ ਕਰਦੇ ਹੋ ਜਾਂ ਗਰਮੀ ਦੀ ਗੱਲ ਕਰਦੇ ਹੋ, ਹਵਾ ਚੱਲਦੀ ਦੀ ਗੱਲ ਕਰਦੇ ਹੋ, ਬੂਟੇ ਵੀ ਉੱਦਾਂ ਦਾ ਰੂਪ ਧਾਰਨ ਕਰ ਲੈਂਦੇ ਨੇ, ਜਾਂ ਇਹਨਾਂ ਦੇ ਵਿੱਚ ਵੀ ਬੜੀਆਂ ਚੇਂਜਿਸ ਆਉਂਦੀਆਂ ਆਈਆਂ, ਹੈ ਨਾ? ਉਹਦੇ ਬਾਰੇ ਦੱਸੋ। ਇਹਦੇ ਵਿੱਚ ਹੁਣ ਜੇ ਨਰਮਾ ਹੈ, ਤੁਸੀਂ ਨਰਮੇ ਤੇ ਆਪਾਂ ਜੇ ਗੱਲ ਕਰੀਏ ਕਿ ਨਰਮਾ ਉਸ ਸਮੇਂ ਆਪਣੇ ਪੱਤੇ ਸੁੰਗੜਨੇ ਸ਼ੁਰੂ ਕਰ ਦਿੰਦਾ ਜਦੋਂ ਇਹਨੂੰ ਉੱਪਰੋਂ ਬਹੁਤ ਜ਼ਿਆਦਾ ਸੂਰਜ ਦੀ ਰੌਸ਼ਨੀ ਮਿਲਦੀ ਹੈ, ਔਰ ਥੱਲੇ ਜਿਹੜੀ ਇਹਦੀ ਜੜ੍ਹਾਂ ਦੇ ਵਿੱਚ ਨਮੀ ਦੀ ਕਮੀ ਆ ਜਾਂਦੀ ਹੈ। ਔਰ ਉਸ ਨਮੀ ਨੇ ਜਦੋਂ ਸੂਰਜ ਦੀ ਗਰਮੀ ਪੈਂਦੀ ਹੈ, ਤੇ ਔਰ ਪੱਤਿਆਂ ਦੇ ਵਿੱਚੋਂ ਜਿਹੜਾ ਪਾਣੀ ਆ ਉਹ ਵਾਸ਼ਪੀਕਰਨ ਹੁੰਦਾ, ਔਰ ਜਿਹੜਾ ਉਸ ਪਾਣੀ ਰਾਹੀਂ ਖੁਰਾਕ ਗਈ ਹੁੰਦੀ ਉਹ ਪੱਤਿਆਂ 'ਚ ਰਹਿ ਜਾਂਦੀ ਹੈ, ਪੌਦੇ 'ਚ, ਔਰ ਪਾਣੀ ਉੱਪਰ ਚਲਾ ਜਾਂਦਾ। ਇਹ ਜਿਹੜਾ ਮਤਲਬ ਸਿਸਟਮ ਬਣਿਆ ਹੈਗਾ, ਇਹ ਜਿਵੇਂ ਆਪਾਂ ਬੱਤੀ ਲਾ ਕੇ ਦੀਵੇ ਦੇ ਵਿੱਚ ਆਪਾਂ ਅੱਗ ਲਾ ਦਿੰਦੇ ਹੈਗੇ, ਉਵੇਂ ਸੂਰਜ ਦੀ ਅੱਗ ਲੱਗਦੀ ਉੱਪਰ, ਔਰ ਥੱਲਿਓਂ ਜਿਹੜਾ ਪਾਣੀ ਔਰ ਸੈੱਲ ਦੇ ਰਾਹੀਂ ਜਿਹੜਾ ਖੁਰਾਕ ਉੱਪਰ ਨੂੰ ਆਉਂਦੀ ਹੈ, ਔਰ ਖੁਰਾਕ ਪੱਤੇ ਦੇ ਵਿੱਚ ਰਹਿ ਜਾਂਦੀ ਹੈ, ਔਰ ਪਾਣੀ ਵਾਸ਼ਪੀਕਰਨ ਹੋ ਜਾਂਦਾ। ਔਰ ਬੂਟਾ ਦੇਖੋ ਕਿੱਡਾ ਸਿਆਣਾ ਹੈਗਾ, ਉਹ ਆਪਣੇ ਆਪ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੰਦਾ ਪੱਤੇ ਨੂੰ, ਵੀ ਉਹ ਏਰੀਆ ਘਟਾਉਣਾ ਸ਼ੁਰੂ ਕਰ ਦਿੰਦਾ। ਔਰ ਉਸ ਏਰੀਆ ਘਟਾਉਣ ਤੇ ਕੀ ਹੁੰਦਾ ਕਿ ਬੂਟਾ ਆਪਣੇ ਆਪ ਨੂੰ ਬਚਾਉਂਦਾ ਹੈ। ਔਰ ਜਦੋਂ ਹੀ ਇਹਦੇ ਵਿੱਚ ਆਪਾਂ ਕੋਈ ਫਰਟੀਲਾਈਜ਼ਰ ਪਾਉਣੇ ਆ, ਕੋਈ ਯੂਰੀਆ DAP ਜ਼ਿਆਦਾ ਪਾ ਦਿੰਦੇ ਆ, ਔਰ ਇਹਦੇ ਵਿੱਚ ਜਿਹੜੀ ਆ ਖੁਰਾਕ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ। ਔਰ ਤੁਸੀਂ ਇਹਦੇ ਵਿੱਚ ਦੇਖੋਗੇ, ਤੁਹਾਨੂੰ ਮੈਂ ਦਿਖਾਉਣਾ ਪੱਤੇ ਦੇ ਨੀਚੇ, ਇਹ ਦੇਖੋ, ਇਹ ਜਿਹੜੀ ਹੈ ਨਾ, ਇਹ ਨਾੜ ਦੇ ਵਿੱਚ ਇੱਥੇ ਪਟਾਕਾ ਪੈਂਦਾ ਇੱਕ। ਔਰ ਇਹ ਪਟਾਕਾ ਕੀ ਕਰਦਾ ਹੈਗਾ ਕਿ ਜਦੋਂ ਇਹਦੇ ਵਿੱਚ ਖੁਰਾਕ ਦੀ ਬਹੁਤਾਤ ਹੋ ਜਾਂਦੀ ਬੂਟੇ ਦੇ ਵਿੱਚ, ਤੇ ਉਦੋਂ ਇਹ ਸਮੈਲ ਛੱਡਣੀ ਸ਼ੁਰੂ ਕਰਦਾ, ਔਰ ਇਹਦੇ ਤੇ ਰਸ ਚੂਸਣ ਵਾਲੇ ਕੀੜੇ ਆਉਂਦੇ ਆ, ਔਰ ਉਹ ਕੀੜੇ ਦਾ ਰਸ ਚੂਸ ਕੇ ਇਹਨੂੰ ਮਤਲਬ ਬੈਲੈਂਸ ਦੇ ਵਿੱਚ ਕਰਦੇ ਆ। ਔਰ ਅਸੀਂ ਕੀ ਕਰਦੇ ਆ, ਅਸੀਂ ਉਹ ਰਸ ਚੂਸਣ ਵਾਲੇ ਕੀੜਿਆਂ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਆ, ਜਿਹਨੂੰ ਮਾਰਨ ਦੇ ਵਿੱਚ ਅਸੀਂ ਕੀ ਕਰਦੇ ਆ, ਜਿੰਨੇ ਵੀ ਮਤਲਬ ਮਾਸਾਹਾਰੀ ਕੀਟ ਆ, ਔਰ ਉਹ ਮਤਲਬ ਕੀਟ ਉਹਨਾਂ ਕੀਟਾਂ ਦੇ ਮਗਰ ਆਉਂਦੇ ਆ ਜਿਹੜੇ ਰਸ ਚੂਸਣ ਵਾਲੇ ਕੀਟ ਆ, ਉਹਨਾਂ ਨੂੰ ਖਾਣ ਵਾਸਤੇ ਅਸੀਂ ਉਹਨਾਂ ਨੂੰ ਵੀ ਮਾਰ ਦਿੰਦੇ ਆ। ਔਰ ਜਦੋਂ ਉਹਨਾਂ ਨੂੰ ਮਾਰ ਦਿੰਦੇ ਆ, ਔਰ ਉਸ ਸਮੇਂ ਜਿਹੜਾ ਸਾਡਾ ਕੀ ਸਿਸਟਮ ਹੁੰਦਾ ਹੈਗਾ ਕਿ ਇਹਦੇ ਵਿੱਚ ਅਨਬੈਲੈਂਸ ਹੋ ਜਾਂਦਾ ਸਿਸਟਮ। ਔਰ ਜਿਹੜੇ ਕੀੜੇ ਸ਼ਾਕਾਹਾਰੀ ਹੈ, ਉਹ ਆਪਣੇ ਉਹਨਾਂ ਨੂੰ ਕੁਦਰਤ ਨੇ ਇਹੋ ਜਿਹਾ ਸਿਸਟਮ ਦਿੱਤਾ ਹੈ। ਹਾਂਜੀ, ਆਹ ਤੁਸੀਂ ਦੇਖ ਸਕਦੇ ਹੋ, ਇਹਦੇ ਵਿੱਚ ਮੱਖੀ ਆ ਜਿਹੜੀ ਇਹਦਾ ਪਰਾਗਣ ਕਰ ਰਹੀ ਹੈ। ਔਰ ਇਹਦੇ ਵਿੱਚ ਤੁਸੀਂ ਇੱਕ ਚੀਜ਼ ਹੋਰ ਨੋਟ ਕਰਿਓ, ਜਿਸ ਦਿਨ ਬਾਰਿਸ਼ ਹੋਣੀ ਹੋਊਗੀ ਉਸ ਦਿਨ ਇਹ ਫਲਾਵਰਿੰਗ ਨਹੀਂ ਕਰੂਗਾ। ਔਰ ਇਹ ਕਿਸੇ ਵੀ ਸਾਇੰਸ ਦੇ ਮਤਲਬ ਡਾਕਟਰ ਨੇ ਇੰਨੀ ਬਰੀਕੀ ਦੇ ਨਾਲ ਕਿਸਾਨ ਨੂੰ ਜੇ ਸਮਝਾਇਆ ਹੁੰਦਾ ਇਹਨਾਂ ਚੀਜ਼ਾਂ ਦੇ ਬਾਰੇ, ਤੇ ਅਸੀਂ ਸਵੇਰ 7 ਵਜੇ ਜਿਹੜੀ ਸਪਰੇਅ ਵਾਲੀ ਡਰਮੀ ਚੱਕ ਲੈਂਦੇ ਹੈਗੇ ਆ, ਔਰ 11-12 ਵਜੇ ਤੱਕ ਸਪਰੇਅ ਕਰਦੇ ਆ। ਔਰ ਉਸ ਸਮੇਂ ਦੇ ਵਿੱਚ ਜੇ ਜਿੰਨੇ ਵੀ ਹਜ਼ਾਰਾਂ ਟਿੰਡੇ ਸਾਡੇ ਕਿੱਲੇ ਦੇ ਵਿੱਚ ਲੱਗੇ ਆ, ਉਹ ਸਾਰੇ ਦੇ ਸਾਰੇ ਜਦੋਂ ਇਹਦੇ ਤੇ ਤੁਪਕਾ ਬਾਰਿਸ਼ ਦਾ ਪੈ ਗਿਆ, ਪਾਣੀ ਦਾ ਪੈ ਗਿਆ, ਇਹਨੇ ਖਤਮ ਹੋ ਜਾਣਾ, ਇਹਦੇ ਤੇ ਟਿੰਡਾ ਨਹੀਂ ਬਣੂਗਾ। ਔਰ ਉਸ ਦਿਨ ਬਾਰਿਸ਼ ਹੋਣੀ ਹੁੰਦੀ ਹੈ, ਉਸ ਦਿਨ ਫਲਾਵਰਿੰਗ ਨਹੀਂ ਹੋਊਗੀ। ਇਹ ਤੁਸੀਂ ਨਿਚੋੜ ਕੱਢਿਆ ਹੈਗਾ। ਔਰ ਜਿਸ ਬੂਟੇ ਦੇ ਫੁੱਲ ਦਾ ਜਿਹੜਾ ਪਰਾਗਣ ਹੋ ਗਿਆ, ਉਹਨੇ ਨਾਲ ਦੀ ਨਾਲ ਜਿਹੜਾ ਦੁਪਹਿਰੋਂ ਬਾਅਦ ਪੀਲਾ ਪੈਣਾ ਸ਼ੁਰੂ ਹੋ ਜਾਣਾ। ਤੁਸੀਂ ਮੱਖੀ ਇੱਥੇ ਫਿਰਦੀ ਆ ਤਾਂ ਇਹਨੇ ਇਹਦਾ ਪਰਾਗਣ ਕਰਤਾ ਨਾ, ਇਹਨੇ ਇਸ ਤੋਂ ਬਾਅਦ ਇਹਨੇ ਰੰਗ ਬਦਲਣਾ ਸ਼ੁਰੂ ਕਰ ਦੇਣਾ ਹੈਗਾ। ਸਵੇਰ ਇਹ ਸਾਰੇ ਵਾਈਟ ਫੁੱਲ ਹੋਣਗੇ, ਔਰ ਸ਼ਾਮ ਤੱਕ ਇਹ ਜਿਹੜੇ ਫੁੱਲਾਂ ਦਾ ਪਰਾਗਣ ਹੋ ਗਿਆ ਉਹ ਪੀਲੇ ਹੋ ਜਾਣਗੇ। ਔਰ ਜਿਹੜੀ ਇਹ ਮੱਖੀ ਹੈ, ਮੱਖੀ ਐਡਾ ਵਧੀਆ ਜਾਨਵਰ ਹੈਗਾ, ਜੇਕਰ ਮੰਨ ਕੇ ਚੱਲੋ ਮੱਖੀ ਇਸ ਧਰਤੀ ਤੋਂ ਖਤਮ ਹੁੰਦੀ ਹੈ ਨਾ, ਤਾਂ ਇਨਸਾਨੀ ਜੀਵਨ ਆ ਜਿਹੜਾ ਮੈਨੂੰ ਲੱਗਦਾ ਵੀ 4 ਦਿਨ 'ਚ ਖਤਮ ਹੋ ਜਾਊਗਾ। ਬਹੁਤਾ ਲੰਬਾ ਨਹੀਂ ਚੱਲ ਸਕਦਾ। ਉਹਦਾ ਕਾਰਨ ਕੀ ਹੈ ਕਿ ਮੱਖੀ ਦੇ ਇਹਦੇ 'ਚ ਹੁਣ ਤੁਸੀਂ ਸਪਰੇਅ ਲਾ ਦਿਓ, ਇਹਦੇ 'ਤੇ ਕੋਈ ਕੈਮੀਕਲ ਕਰ ਦਿਓ, ਇਹਨੂੰ ਕੋਈ ਅਸਰ ਹੋ ਜੇ, ਆਪਦੇ ਛੱਤੇ 'ਤੇ ਨਹੀਂ ਜਾਊਗੀ।
ਔਰ ਇਹ ਜੀਵ ਐਡਾ ਸਿਆਣਾ ਹੈ ਕਿ ਜਿੰਨੇ ਨਰ ਚਾਹੁੰਦਾ ਉਹਨੇ ਨਰ ਪੈਦਾ ਕਰ ਸਕਦਾ, ਔਰ ਜਿੰਨੇ ਮਾਦਾ ਚਾਹੁੰਦਾ ਉਹਨੇ ਮਾਦਾ ਪੈਦਾ ਕਰ ਸਕਦਾ। ਇਹ ਸਿਰਫ ਖੂਬੀ ਇਸੇ ਜਾਨਵਰ ਨੂੰ ਦਿੱਤੀ ਹੈਗੀ ਹੈ, ਇਸੇ ਮਤਲਬ ਪੰਛੀ ਨੂੰ ਦਿੱਤੀ ਹੈ। ਔਰ ਕੁਦਰਤ ਦੇ ਨਾਲ ਰਹਿੰਦੇ ਹੋਏ ਬੜਾ ਕੁਝ ਸਿੱਖਿਆ, ਬੜਾ ਕੁਝ ਇਹਦੇ ਵਿੱਚ ਜਾਣੀ ਕਹਿ ਲਓ ਵੀ ਬਰੀਕੀਆਂ ਜਿਹੜੀਆਂ ਇਹਦੀਆਂ ਉਹ ਇੰਨੀਆਂ ਜ਼ਿਆਦੇ ਆ ਨਾ ਵੀ ਤੁਸੀਂ ਇਹਨੂੰ ਜਿੰਨਾ ਮਰਜ਼ੀ, ਇਸ ਤੋਂ ਵੱਡੀ ਸਾਇੰਸ ਨਹੀਂ ਹੈਗੀ। ਔਰ ਜਿਵੇਂ ਕਹਿੰਦੇ ਨੇ ਨਾ ਵੀ ਸਰੀਰ ਤੋਂ ਵੱਡਾ ਕੋਈ ਡਾਕਟਰ ਨਹੀਂ ਹੈਗਾ, ਆਪਣੇ ਸਰੀਰ ਤੋਂ ਵੱਡਾ। ਔਰ ਜੇ ਕਹਿ ਲਈਏ ਖੇਤੀ ਤੋਂ ਵੱਡੀ ਕੋਈ ਸਾਇੰਸ ਨਹੀਂ ਹੈਗੀ। ਜੇਕਰ ਖੇਤੀ ਆ ਤਾਂ ਕੁਦਰਤ ਨੂੰ ਜਿਹੜੀ ਸਾਇੰਸ ਆ ਉਹ ਕੁਦਰਤ ਨੂੰ ਸਮਝਣ ਦੀ ਇੱਕ ਪ੍ਰਕਿਰਿਆ ਜੀ। ਸੁਖਵਿੰਦਰ ਜੀ, ਇੱਕ ਮੈਂ ਇੱਥੇ ਗੱਲ ਹੋਰ ਲੈਣੀ ਚਾਹੂੰਗਾ। 6 ਸਾਲ ਹੋ ਗਏ ਤੁਹਾਨੂੰ, 6ਵਾਂ ਸਾਲ ਆ ਇਹ, ਹੈਨਾ, ਇਹ ਟੈਕਨੀਕ ਦੇ ਰਾਹੀਂ ਖੇਤੀ ਕਰਦਿਆਂ ਨੂੰ। ਹੁਣ ਜਿਹੜੇ ਕਿਸਾਨ ਵੀਰ ਨੇ ਜਾਂ ਜਿਹੜੇ ਲੋਕ ਆਪਾਂ ਨੂੰ ਇਸ ਮੁਲਾਕਾਤ ਦੇ ਰਾਹੀਂ ਦੇਖ ਰਹੇ ਆ, ਹੁਣ ਇਹ ਗੱਲ ਆਉਂਦੀ ਹੈ ਵੀ ਆਮਦਨ ਕਿੰਨੀ ਹੁੰਦੀ ਹੈ, ਕਿਹੜੀ ਫਸਲ ਕਿੱਲੇ 'ਚ ਕਿੰਨੀ ਲੱਗੇ, ਕਿੰਨਾ ਬੀਜ ਪਵੇ, ਕਿੰਨਾ ਖਰਚਾ ਆਉਂਦਾ ਤੇ ਆਮਦਨ ਕਿੰਨੀ ਹੁੰਦੀ ਹੈ, ਉਹਦੇ ਬਾਰੇ ਥੋੜ੍ਹਾ ਜਿਹਾ ਦੱਸ ਦਿਓ। ਹਾਂਜੀ, ਇਹਦੇ ਵਿੱਚ ਜਦੋਂ ਆਮਦਨ ਦੀ ਗੱਲ ਕਰਦੇ ਆ ਨਾ, ਜਿਹੜੀ ਆਪਣੀ ਰਵਾਇਤੀ ਖੇਤੀ ਜਿਹੜੀ ਆਪਾਂ ਕਰ ਰਹੇ ਆ ਜੀ, ਔਰ ਉਸ ਖੇਤੀ ਤੋਂ ਪਲੱਸ ਜਾਂਦੀ ਹੈ, ਇਹ ਕਲੀਅਰ ਆ। ਤੁਸੀਂ ਜੇ ਚਾਹੇ ਮੋਨੋਕਲਚਰ 'ਚ ਕਰ ਲਓ, ਚਾਹੇ ਬਾਇਓਡਾਇਵਰਸਿਫਿਕੇਸ਼ਨ ਦੇ ਵਿੱਚ ਆ ਜਾਓ। ਬਾਇਓਡਾਇਵਰਸਿਫਿਕੇਸ਼ਨ ਦੇ ਵਿੱਚ ਆਉਣੇ ਆ ਜੰਗਲ ਦਾ ਸਿਧਾਂਤ ਜੇਕਰ ਅਸੀਂ ਲਾਗੂ ਕਰਦੇ ਹਾਂ, ਕਿਉਂਕਿ ਕੁਦਰਤ ਜੰਗਲ ਦੇ ਤਰ੍ਹਾਂ ਮਤਲਬ ਕੋਈ ਵੀ ਚੀਜ਼ ਇਕੱਠੀ ਨਹੀਂ ਬੀਜਦੀ ਹੈਗੀ ਜੀ। ਜਿਵੇਂ ਆਪਾਂ ਮੰਨ ਕੇ ਚਲੋ ਕਣਕ ਇਕੱਠੀ ਮੋਨੋਕਲਚਰ 'ਚ ਬੀਜ ਦਿੰਦੇ ਆ, ਤੇ ਸਾਨੂੰ ਉਹਨਾਂ ਨੇ ਸ਼ਿਫਟ ਮੋਨੋਕਲਚਰ 'ਚ ਕਰ ਦਿੱਤਾ। ਉੱਥੇ ਕੀ ਹੋਇਆ, ਜਿਹੜਾ ਇਹਨਾਂ ਦਾ ਕੰਪੀਟੀਸ਼ਨ ਆਪਸ ਵਿੱਚ ਹੁੰਦਾ, ਫਸਲ ਦਾ ਇੱਕ ਕੰਪੀਟੀਸ਼ਨ ਹੁੰਦਾ ਜਿਹਦੇ ਵਿੱਚ ਇੰਟਰ ਕ੍ਰੌਪ ਕੰਪੀਟੀਸ਼ਨ ਔਰ ਇੰਟਰਾ ਕ੍ਰੌਪ ਕੰਪੀਟੀਸ਼ਨ। ਇੰਟਰ ਕ੍ਰੌਪ ਕੰਪੀਟੀਸ਼ਨ ਕੀ ਹੁੰਦਾ ਕਿ ਜਿਵੇਂ ਮੰਨ ਕੇ ਚੱਲੋ ਫਸਲ ਆਪਾਂ ਕਣਕ ਬੀਜੀ, ਉਹਦੇ ਵਿੱਚ ਨਦੀਨ ਉੱਗਿਆ ਔਰ ਜਾਂ ਕੋਈ ਉਹਦੇ ਵਿੱਚ ਕੋਈ ਹੋਰ ਫਸਲ ਉੱਗ ਗਈ ਜਾਂ ਆਪਾਂ ਬੀਜ ਦਿੱਤੀ, ਉਹਦਾ ਆਪਸ ਵਿੱਚ ਜਿਹੜਾ ਫਸਲ ਦਾ ਇੰਟਰ ਕ੍ਰੌਪ ਕੰਪੀਟੀਸ਼ਨ ਹੈ। ਔਰ ਜਿਹੜਾ ਇੰਟਰਾ ਕ੍ਰੌਪ ਕੰਪੀਟੀਸ਼ਨ ਹੈ, ਜਿਵੇਂ ਉਸੇ ਫਸਲ ਨਾਲ ਉਹ ਕ੍ਰੀਏਟ ਕਰਾਇਆ ਸਾਨੂੰ ਇਹਨਾਂ ਨੇ, ਮਾਹਰਾਂ ਨੇ, ਵੀ ਜਿਵੇਂ ਸਾਨੂੰ 40 ਕਿਲੋ ਬੀਜ ਕਣਕ ਦਾ ਪਵਾਤਾ। ਔਰ ਉਹਦੇ ਵਿੱਚ ਕੀ ਹੋਇਆ, ਇੰਟਰਾ ਕ੍ਰੌਪ ਕੰਪੀਟੀਸ਼ਨ ਹੋ ਗਿਆ ਸਟਾਰਟਿੰਗ ਦੇ ਵਿੱਚ। ਔਰ ਅਸੀਂ ਖਾਦਾਂ ਤੋਂ ਬਿਨਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਉਹਨੂੰ ਮਤਲਬ ਪ੍ਰੋਡਕਸ਼ਨ ਤੇ ਲੈ ਜਾਈਏ। ਜਦੋਂ ਅਸੀਂ ਇਹਦੇ ਵਿੱਚ ਹੁਣ ਆਹ ਜਿਹੜਾ ਖੇਤ ਦੇ ਵਿੱਚ ਆਪਾਂ ਖੜੇ ਆ, ਇਸ ਖੇਤ ਦੇ ਵਿੱਚ ਮੈਂ ਕੀ ਕੀਤਾ ਹੈਗਾ ਕਿ ਇਹਨੂੰ ਕਣਕ ਬੀਜੀ ਆ, ਔਰ ਕਣਕ ਬੀਜਣ ਸਮੇਂ ਕੀ ਕੀਤਾ ਹੈਗਾ ਕਿ ਕਣਕ ਦਾ ਬਾਣ ਵਾਇਆ, ਛਿੱਟਾ ਮਾਰਿਆ ਕਣਕ ਦਾ 20 ਕਿਲੋ ਬੀਜ ਦਾ, ਔਰ ਬੈੱਡ ਖਿੱਚਤੇ, ਔਰ ਉਹੀ ਖਾਲੀਆਂ ਵਾਲੀ ਮਿੱਟੀ ਉੱਪਰ ਆ ਗਈ, ਔਰ ਖਾਲੀਆਂ ਦੇ ਵਿੱਚ ਪਾਣੀ ਦਿੱਤਾ। ਜਿਵੇਂ ਤੁਹਾਨੂੰ ਕਿਹਾ ਕਿ ਪਾਣੀ ਨੀਵੇਂ ਥਾਂ ਆਪਾਂ ਦੇਣਾ ਹੈਗਾ, ਉਹਦੀ ਵਿਧੀ ਇਹੀ ਹੈ ਕਿ ਇਹਨੂੰ ਖਾਲੀਆਂ ਦੇ ਵਿੱਚ ਦਿਓ ਪਾਣੀ। ਔਰ ਇਸ ਖਾਲੀਆਂ ਦੇ ਵਿੱਚ ਪਾਣੀ ਨੇ ਸੈੱਲ ਦੇ ਰਾਹੀਂ ਖੁਰਾਕ ਔਰ ਸੈੱਲ ਉੱਪਰ ਨੂੰ ਆਈ, ਔਰ ਬੀਜ ਉਗਰਿਆ, ਔਰ ਉਸ ਕਣਕ ਨੇ ਆਪਣਾ 53 ਮਣ ਝਾੜ ਇਸ ਏਕੜ ਦੇ ਵਿੱਚੋਂ ਦਿੱਤਾ। 53 ਮਣ। ਜਦੋਂ ਕਿ ਮੇਰੀ ਦੂਸਰੀ ਕਣਕ ਆ ਉਹ ਜਿਹੜੀ 50 ਦੀ ਔਸਤ 51 ਦੀ ਪਈ, ਉਹਦੇ ਨਾਲ ਕੋਈ 2 ਮਣ ਉੱਪਰ ਗਈ। ਔਰ ਇਹਦੇ ਵਿੱਚ ਕੀ ਹੋਇਆ ਕਿ ਉਸ ਤੋਂ ਬਾਅਦ ਇਹਨੂੰ ਵਾਹੁਣ ਦੀ ਲੋੜ ਨਹੀਂ ਪਈ। ਅੱਛਾ, ਇਹਨੂੰ ਕੋਈ ਆਪਾਂ ਟਰੈਕਟਰ ਵਗੈਰਾ ਇਹਦੇ ਵਿੱਚ ਵਾੜ ਕੇ ਵਹਾਈ ਨਹੀਂ ਕਰੀ, ਕਣਕ ਵੱਢੀ ਔਰ ਨਾਲ ਦੀ ਨਾਲ ਇਹਦੇ ਵਿੱਚ ਖਾਲੀਆਂ 'ਚ ਪਾਣੀ ਦਿੱਤਾ। ਕਰਚੇ ਉਵੇਂ ਖੜੇ ਆ। ਹਾਂ, ਇਹ ਉਹ ਤੁਸੀਂ ਦੇਖ ਰਹੇ ਹੋ, ਇਹ ਤਾਂ ਹੁਣ ਬਹੁਤ ਘਟ ਗਏ, ਤਾਂ ਬਹੁਤ ਜ਼ਿਆਦਾ ਸੀਗੇ। ਔਰ ਜਿੰਨਾ ਵੀ ਮੰਨ ਕੇ ਚੱਲੋ ਆਪਣੇ ਰਵਾਇਤੀ ਖੇਤੀ ਕਰਦੇ ਹੈਗੇ ਆ ਕਿਸਾਨ, ਉਹ ਆਉਂਦੇ ਸੀਗੇ, ਉਹ ਦੇਖਦੇ ਸੀਗੇ ਮਤਲਬ ਆਂਢ ਗੁਆਂਢ, ਉਹ ਆਉਂਦੇ ਸੀ ਯਾਰ ਸਾਫ਼ ਤਾਂ ਕਰ ਲਾ ਵਾਹਣ ਨੂੰ, ਵੀ ਕਮ ਸੇ ਕਮ ਚਲੋ ਨਹੀਂ ਵਾਹੁਣਾ ਤੇ ਉਹਨੂੰ ਅੱਗ ਲਾ ਕੇ ਸਾੜ ਦੇ। ਅਸਲ ਦੇ ਵਿੱਚ ਕੀ ਹੈ ਕਿ ਇਹ ਜਿਹੜੀ ਚੀਜ਼ ਆ ਉਹਨਾਂ ਦੀ ਨਜ਼ਰੀਏ ਦੇ ਮੁਤਾਬਕ ਇਹ ਕੱਖ ਜਿਹੜਾ ਗੰਦ ਲੱਗਦਾ ਸੀਗਾ, ਵੇਸਟ ਸੀਗਾ, ਔਰ ਮੇਰੇ ਨਜ਼ਰੀਏ ਦੇ ਨਾਲ ਸੋਨਾ ਸੀਗਾ। ਮੇਰੇ ਲਈ ਇਹ ਬਹੁਤ ਕੀਮਤੀ ਸੀ। ਔਰ ਤੁਸੀਂ ਦੇਖੋਗੇ ਕਿ ਉਧਰ ਪਰਾਲੀ ਦੀਆਂ ਗੱਠਾਂ ਲਿਆ ਕੇ ਉਹ ਵੀ ਵਿੱਚ ਸੁੱਟੀਆਂ ਪਿੰਡ ਦੇ ਵਿੱਚ, ਜਿਹੜੀਆਂ ਕੋਈ ਕਿਸੇ ਕੰਧਾਂ ਨਾਲ ਪਈਆਂ ਸੀਗੀਆਂ, ਹੋਰ ਪਰਾਲੀ ਲਿਆ ਕੇ ਵੀ ਉਹ ਵੀ ਵਿੱਚ ਸਿੱਟੀ। ਉਹ ਵੀ ਵਿੱਚ ਸਿੱਟੀ ਕਿਉਂਕਿ ਉਹਦੇ ਨਾਲ ਕੀ ਹੈ, ਇੱਕ ਤਾਂ ਬੈਨੀਫਿਟ ਇਹ ਹੈ ਕਿ ਕੱਖ ਨਹੀਂ ਉਗਦਾ, ਕਿਉਂਕਿ ਧਰਤੀ ਹੈ ਨਾ ਜਿਹੜੀ, ਉਹ ਜਿੱਥੇ ਵੀ ਜਗ੍ਹਾ ਖਾਲੀ ਹੁੰਦੀ ਹੈ, ਨੰਗੀ ਹੁੰਦੀ ਹੈ, ਸੂਰਜ ਦੀ ਰੋਸ਼ਨੀ ਪੈਂਦੀ ਹੈ, ਉੱਥੇ ਨਦੀਨ ਉੱਗਣਾ ਹੀ ਉੱਗਣਾ, ਕੋਈ ਨਾ ਕੋਈ ਉਹਨੇ ਢੱਕਣ ਵਾਸਤੇ ਆਪਦੇ ਪ੍ਰਬੰਧ ਕਰਨਾ ਹੈ ਕੁਦਰਤ ਨੇ। ਔਰ ਜੇਕਰ ਅਸੀਂ ਉਹਨੂੰ ਢੱਕਤਾ ਫਿਰ ਉਹ ਕੁਦਰਤ ਨਹੀਂ ਢਕੂਗੀ। ਔਰ ਇਸ ਚੀਜ਼ ਨਾਲ ਸਾਨੂੰ ਜਿਹੜਾ ਲੇਬਰ ਦਾ ਘਟਦਾ ਖਰਚਾ ਹੈਗਾ ਉਹ ਘਟ ਜਾਂਦਾ। ਔਰ ਇਹਦੇ ਵਿੱਚ ਸਿਰਫ ਆਪਾਂ ਕਹਿ ਲਈਏ ਅੱਧਾ ਪੈਕਟ ਜਿਹੜਾ ਬੀਜ ਦਾ ਪਿਆ, ਜੇ ਆਪਾਂ ਪੈਸਿਆਂ ਦੇ ਮੁਤਾਬਕ ਗੱਲ ਕਰੀਏ ਤੇ 400 ਰੁਪਏ ਦਾ ਬੀਜ ਪਿਆ। ਔਰ 1 ਏਕੜ ਦੇ ਵਿੱਚ। ਔਰ 2 ਬ੍ਰਦਰ ਨੇ ਅਸੀਂ ਆਪ ਹੀ ਇਹਦੇ 'ਚ ਇੱਕ ਦਿਨ ਦੇ ਵਿੱਚ ਉਹ ਹਿਲਾ ਦਿੱਤਾ। ਕੋਈ ਸਾਨੂੰ ਇਹਦੇ 'ਚ ਟਰੈਕਟਰ ਦੀ ਵਹਾਈ ਜੇ ਮੰਨ ਕੇ ਚੱਲੋ ਆਪਾਂ ਡੀਜ਼ਲ ਦਾ ਤੇ ਟਰੈਕਟਰ ਹੁਣ ਤੱਕ ਦਾ ਝੋਨਾ ਲਾਉਣ ਤੱਕ ਦਾ ਸਿਸਟਮ ਗਣਦੇ ਤੇ ਆਪਣਾ 10,000 ਰੁਪਏ ਦਾ ਖਰਚਾ ਆ ਜਾਣਾ ਸੀ। ਔਰ ਉਹ 10,000 ਸਾਡਾ ਅੱਜ ਤੋਂ 2 ਮਹੀਨੇ ਪਹਿਲਾਂ ਦਾ ਬਚਿਆ ਹੋਇਆ। ਇਹ ਚੀਜ਼ਾਂ ਕਿਸਾਨ ਨੂੰ ਦੇਖਣੀਆਂ ਪੈਣਗੀਆਂ। ਅਸਲ ਦੇ ਵਿੱਚ ਵਹਾਈ ਦੀ ਵੱਡੀ ਮਸ਼ੀਨਰੀ ਦੀ ਲੋੜ ਨਹੀਂ ਹੈਗੀ, ਕਿਉਂਕਿ ਖੇਤੀ ਅਸੀਂ ਤਾਂ ਸਟਾਰਟ ਬਹੁਤ ਲੇਟ ਕਰੀ ਆ। ਕੁਦਰਤ ਤਾਂ ਹਜ਼ਾਰਾਂ ਸਾਲ ਤੋਂ ਖੇਤੀ ਕਰ ਰਹੀ ਆ। ਇਹ ਬੀਜ ਜਿਹੜੇ ਆ ਹਜ਼ਾਰਾਂ ਸਾਲ ਤੋਂ ਆ ਰਹੇ ਆ, ਔਰ ਅਸੀਂ ਤਾਂ ਇਹਨਾਂ ਨੂੰ ਇਹਨਾਂ ਨਾਲ ਛੇੜਛਾੜ ਕਰੀ ਹੈਗੀ ਆ। ਔਰ ਉਹ ਛੇੜਛਾੜ ਦੇ ਜਿਹੜੇ ਨਤੀਜੇ ਅਸੀਂ ਉਹ ਭੁਗਤ ਵੀ ਰਹੇ ਹਾਂ, ਸਾਰੇ ਦੇਖ ਰਹੇ ਹਾਂ ਨਾ। ਇਸ ਕਰਕੇ ਆਪਾਂ ਨੂੰ ਮੰਨ ਕੇ ਚੱਲੋ ਵੀ ਕੁਦਰਤ ਦੇ ਨਾਲ ਸੁਮੇਲ ਕਰਕੇ
ਕੁਦਰਤ ਨੂੰ ਸਮਝ ਕੇ ਖੇਤੀ ਕਰਨ ਦੀ ਜਿਹੜੀ ਆ ਉਸ ਵਿਧੀ ਤੇ ਆਉਣਾ ਪਊਗਾ। ਉਹ ਵਿਧੀ ਮੈਂ ਸਮਝਦਾ ਵੀ ਜਿਹੜੀ ਫਗਵਾੜਾ ਤਕਨੀਕ ਹੈ ਇਹ ਇੱਕ ਐਸਾ ਸਿਸਟਮ ਹੈ ਜਿਹਦੇ ਵਿੱਚ ਇੰਨੀ ਬਰੀਕੀ ਦੇ ਨਾਲ ਮਤਲਬ ਖੋਜ ਕੀਤੀ ਗਈ ਹੈ ਡਾਕਟਰ ਅਵਤਾਰ ਸਿੰਘ ਦੀ ਕਿ ਹਰ ਇੱਕ ਫਸਲ ਦਾ ਟਾਈਮ ਵੀ ਲੱਭਿਆ ਗਿਆ ਸਾਲ ਦੇ ਵਿੱਚ, ਕਿਉਂਕਿ ਟਾਈਮ ਵੀ ਇੱਕ ਬਹੁਤ ਵੱਡਾ ਰੋਲ ਅਦਾ ਕਰਦਾ ਹੈ ਕਿਸੇ ਵੀ ਫਸਲ ਦਾ, ਕਿਉਂਕਿ ਸਾਲ ਦੇ ਵਿੱਚ ਇੱਕ ਸਮਾਂ ਨਿਰਧਾਰਿਤ ਕੀਤਾ ਗਿਆ। ਉਸ ਸਮੇਂ ਦੇ ਵਿੱਚ ਜੇਕਰ ਅਸੀਂ ਕੋਈ ਵੀ ਫਸਲ ਬੀਜਦੇ ਹਾਂ ਤੇ ਉਹਦੀ ਰਖਵਾਲੀ ਕੁਦਰਤ ਕਰਦੀ ਹੈ ਐਂਡ ਤੱਕ। ਉਹਨੂੰ ਪੈਦਾ ਕਰਨ ਤੋਂ ਲੈ ਕੇ ਉਹਦੀ ਲਾਸਟ ਲਾਈਫ ਤੱਕ ਜਿਹੜੀ ਜ਼ਿੰਮੇਵਾਰੀ ਉਹ ਕੁਦਰਤ ਦੀ ਹੈਗੀ ਆ। ਔਰ ਜਦੋਂ ਅਸੀਂ ਉਸ ਸਮੇਂ ਤੋਂ ਆਸੇ-ਪਾਸੇ ਹੋ ਜਾਂਦੇ ਆ ਔਰ ਉਦੋਂ ਕੀ ਹੁੰਦਾ ਕਿ ਸਾਡਾ ਜਿਹੜਾ ਸਾਰਾ ਬੈਲੈਂਸ ਵਿਗੜ ਜਾਂਦਾ ਹੈਗਾ। ਕੁਦਰਤ ਉਹਨੂੰ ਖਤਮ ਕਰਨ ਦਾ ਸਮਾਂ ਬਣਾਈ ਖੜੀ ਹੁੰਦੀ ਆ, ਅਸੀਂ ਉਹਨੂੰ ਪੈਦਾ ਕਰ ਰਹੇ ਹੁੰਦੇ ਆ। ਸਾਨੂੰ ਹਾੜੀ ਤੇ ਸੌਣੀ ਦੀਆਂ ਫਸਲਾਂ 'ਚ ਉਲਝਾਤਾ ਵੀ ਕਣਕ ਵੱਢੋ, ਕਣਕ ਵੱਢਣ ਤੋਂ ਬਾਅਦ ਨਰਮਾ ਬੀਜ ਲਓ, ਔਰ ਜਦੋਂ ਨਰਮਾ ਵੱਢ ਲਿਆ ਉਦੋਂ ਕਣਕ ਬੀਜ ਲਓ। ਕਿਉਂਕਿ ਇਹਦੇ ਵਿੱਚ ਕੀ ਹੈ ਕਿ ਅਸੀਂ ਤਾਂ ਆਪਦਾ ਸੁੱਖ ਵੇਖ ਲਿਆ ਵੀ ਨਰਮਾ ਚੱਕਾਂਗੇ ਉਸ ਤੋਂ ਬਾਅਦ ਕਣਕ ਬੀਜੀ ਜਾਣੀ ਆ, ਔਰ ਕੁਦਰਤ ਨੇ ਇਹ ਚੀਜ਼ ਨਹੀਂ ਡਿਜ਼ਾਈਨ ਕੀਤੀ ਵੀ ਕਿਹੜੀ ਫਸਲ ਨੂੰ ਤੁਸੀਂ ਪਹਿਲੀ ਨੂੰ ਵੱਢੋਗੇ ਫੇਰ ਅਸੀਂ ਦੂਜੀ ਬੀਜਾਂਗੇ। ਕੁਦਰਤ ਨੇ ਨਾਲ ਦੀ ਨਾਲ ਜਿਹੜਾ ਸਮਾਂ ਦੂਸਰੀ ਦਾ ਆ ਗਿਆ ਉਹਨੇ ਦੂਸਰੀ ਘਰਾ ਦੇਣੀ ਹੈ, ਔਰ ਪਹਿਲੀ ਦਾ ਜਿਵੇਂ ਜਿਵੇਂ ਸਮਾਂ ਆਈ ਗਿਆ ਉਹਨੇ ਖਤਮ ਹੁੰਦੇ ਜਾਣਾ। ਔਰ ਤੁਸੀਂ ਦੇਖੋਗੇ ਕਿ ਇਸ ਨਰਮੇ ਦੇ ਖੇਤ ਦੇ ਵਿੱਚ ਆਪਾਂ ਜਿਹੜੀ ਸਰੋਂ ਹੈ ਉਹ ਅਕਤੂਬਰ ਦੇ ਵਿੱਚ ਬੀਜਾਂਗੇ। ਅਕਤੂਬਰ ਦੇ ਪਹਿਲੇ ਹਫਤੇ ਦੇ ਵਿੱਚ ਇਹਦੇ ਵਿੱਚ 3-3 ਫੁੱਟ ਤੇ ਸਰੋਂ ਬੀਜਾਂਗੇ, ਔਰ ਇਹਨੂੰ ਵਾਹੁਣਾ ਨਹੀਂ ਹੈਗਾ, ਇਸੇ ਤਰ੍ਹਾਂ ਹੀ ਇਹਦੇ ਤੇ ਸਰੋਂ ਬੀਜ ਦੇਣੀ ਹੈ। ਔਰ ਉਹ ਸਰੋਂ ਦਾ ਸਿਰਫ 6 ਗ੍ਰਾਮ ਬੀਜ ਪੈਣਾ। ਸਾਨੂੰ ਇਹ ਦੱਸੋ ਵੀ 6 ਗ੍ਰਾਮ ਬੀਜ ਵਾਸਤੇ ਸਾਨੂੰ ਸਰਕਾਰ ਤੋਂ ਸਬਸਿਡੀ ਦੀ ਲੋੜ ਹੈ? ਸਰਕਾਰ ਸਾਨੂੰ ਜਾਣ ਕੇ ਮੰਗਤੇ ਬਣਾ ਰਹੀ ਹੈ। ਸਾਨੂੰ ਸਿਸਟਮ ਸਮਝਣ ਦੇ ਲਈ ਸਾਨੂੰ ਖੇਤ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ। ਅਸੀਂ ਖੇਤ 'ਚ ਰਹਿੰਦੇ ਤਾਂ ਸ਼ਾਇਦ ਆਪ ਹੀ ਸਮਝ ਜਾਂਦੇ, ਸਾਨੂੰ ਸਿਆਸਤ ਦੇ ਤਹਿਤ ਬਾਹਰ ਕਰਤਾ। ਸਾਡੇ ਕੋਲੇ ਕੀ ਹੈ ਕਿ ਅਸੀਂ ਖੇਤ ਗੇੜਾ ਮਾਰਦੇ ਹਾਂ, ਪਾਣੀ ਦੇਖਿਆ, ਪਾਣੀ ਹੈਗਾ, ਚਲੋ ਖਾਦ ਆਈ ਹੈ, ਖਾਦ ਪਾਤੀ, DAP ਪਾਤੀ, ਹੋਰ ਜੇ ਕਿਸੇ ਦੁਕਾਨਦਾਰ ਨੇ ਕੁਝ ਕਹਿਤਾ ਉਹ ਪਾਤਾ, ਅਸੀਂ ਲਿਆ ਦੇ 'ਚ ਜ਼ਮੀਨ 'ਚ ਸਿੱਟੀ ਜਾਂਦੇ ਹਾਂ। ਕੋਈ ਅਸੀਂ ਵੇਖਦੇ ਨਹੀਂ ਮੈਨੂੰ ਕਿਉਂ ਲੋੜ ਪੈ ਰਹੀ ਹੈ। ਜਿਵੇਂ ਪਹਿਲਾਂ ਮੈਂ ਦੱਸ ਕੇ ਹਟਿਆ ਵੀ ਜਿਹੜਾ ਫਲੱਡ ਇਰੀਗੇਸ਼ਨ ਆ ਉਹ ਸਾਰੀਆਂ ਹੀ ਸਮੱਸਿਆਵਾਂ ਦੀ ਪਹਿਲੀ ਜੜ ਹੈ। ਔਰ ਦੂਸਰਾ ਕੰਮ ਕਰਨਾ ਪਊਗਾ ਸਾਨੂੰ, ਜਿਹੜਾ ਕੰਪੀਟੀਸ਼ਨ ਘਟਾਉਣਾ ਪਊਗਾ ਫਸਲ ਦਾ ਆਪਸ ਵਿੱਚ। ਉਹਦੇ ਲਈ ਸਾਨੂੰ ਵਿਰਲੀ ਕਰਨੀ ਪਊਗੀ, ਬੂਟੇ ਦਾ ਬੂਟੇ ਨਾਲ ਕੰਪੀਟੀਸ਼ਨ ਨਾ ਹੋਵੇ। ਵਿਰਲੀ ਕਰੋਗੇ ਤੇ ਉਹ ਆਪਦੇ ਜਿੰਨੇ ਵੀ ਬੱਚੇ ਜਣੀਆਂ ਟਿੰਡੇ ਆ ਉਹ ਆਪਦੇ ਬੱਚਿਆਂ ਨੂੰ ਪੂਰੀ ਖੁਰਾਕ ਦੇ ਪਾਊਗਾ, ਔਰ ਉਹ ਤੰਦਰੁਸਤ, ਔਰ ਜਿਹੜੀ ਸਾਡੀ ਖੁਰਾਕ ਦੇ ਵਿੱਚ ਹਿਡਨ ਹੰਗਰ ਪੈਦਾ ਹੋ ਰਹੀ ਹੈ ਉਹਦੇ ਤੋਂ ਸਾਨੂੰ ਨਿਜਾਤ ਫੇਰ ਮਿਲੂਗੀ। ਅਸੀਂ ਖਾਣ ਨੂੰ ਕਣਕ ਖਾ ਰਹੇ ਹਾਂ, ਪਰ ਕਣਕ ਦੇ ਵਿੱਚ ਉਹ ਵੈਲਿਊਏਸ਼ਨ ਮਤਲਬ ਨਹੀਂ ਹੈਗੀ ਜਿਹੜੀ ਕੁਦਰਤ ਨੇ ਉਹਦੇ ਵਿੱਚ ਪਾਉਣੀ ਸੀ। ਜੋ ਅਸੀਂ ਪਾਇਆ ਉਹ ਆ ਕਣਕ 'ਚ, ਉਹ ਅਸੀਂ ਖਾ ਰਹੇ ਹਾਂ। ਉਹ ਖਾ ਕੇ ਅਸੀਂ ਬਿਮਾਰ ਹੋ ਰਹੇ ਹਾਂ। ਬਿਮਾਰ ਹੋ ਕੇ ਅਸੀਂ ਹਸਪਤਾਲ, ਜਿੰਨੇ ਮਰਜ਼ੀ ਹਸਪਤਾਲ ਖੋਲ੍ਹ ਲੈਣ, ਜਿੰਨੀ ਮਰਜ਼ੀ ਇਸ ਚੀਜ਼ 'ਤੇ ਤਰੱਕੀ ਕਰ ਲੈਣ, ਕੰਟਰੋਲ ਨਹੀਂ ਕਰ ਸਕਦੇ ਬਿਮਾਰੀ ਨੂੰ, ਔਰ ਕੰਟਰੋਲ ਨਹੀਂ ਕਰ ਸਕਦੇ ਕੀੜੇ ਨੂੰ ਜਿੰਨਾ ਚਿਰ ਕੁਦਰਤ ਉਹਦੇ ਪਿੱਛੇ ਖੜੀ ਹੈ। ਜੇਕਰ ਤੁਸੀਂ ਉਹਦੇ ਨਾਲ ਸੁਮੇਲ ਕਰਕੇ ਸਾਰਿਆਂ ਨੂੰ ਬਰਾਬਰ ਦਾ ਹੱਕ ਦਿਓਗੇ ਇੱਥੇ ਧਰਤੀ ਦੇ ਉੱਪਰ, ਫਿਰ ਜਿਹੜਾ ਜੀਵਨ ਚੱਲੂਗਾ, ਅਦਰਵਾਈਜ਼ ਲੰਬਾ ਨਹੀਂ ਚੱਲੂਗਾ ਜੀਵਨ। ਜੀ ਸੁਖਵਿੰਦਰ ਜੀ, ਮੈਂ ਲਾਸਟ ਪ੍ਰਸ਼ਨ ਇੱਕ ਜ਼ਰੂਰ ਲੈਣਾ ਚਾਹੂੰਗਾ। ਹੁਣ ਫਿਰ ਸੋਚਿਆ ਬਾਹਰ ਜਾਣ ਬਾਰੇ, ਜਾਂ ਕਿਸੇ ਨੂੰ ਰਾਏ ਦਿੰਦੇ ਹੋ ਬਾਹਰ ਜਾਣ ਦੀ? ਨਹੀਂ, ਬਾਹਰ ਜਾਣ ਦੀ ਜੇਕਰ ਪਹਿਲੀ ਗੱਲ ਤਾਂ ਜਿਹਨੂੰ ਪਤਾ ਲੱਗ ਜਾਂਦਾ ਵੀ ਇਹ ਬਾਹਰ ਦੇ ਬਹੁਤ ਵਿਰੁੱਧ ਹੈਗਾ, ਔਰ ਉਹ ਮੇਰੇ ਕੋਲੇ ਮਤਲਬ ਗੱਲ ਹੀ ਨਹੀਂ ਕਰਦਾ ਜਾਂ ਆਉਂਦਾ ਹੀ ਨਹੀਂ ਹੈਗਾ। ਮੈਨੂੰ ਪਤਾ ਯਾਰ ਇਹ ਬੰਦੇ ਨੇ ਮਤਲਬ ਇਸ ਚੀਜ਼ ਨੂੰ ਗਲਤ ਕਹਿਣਾ ਹੈਗਾ, ਤੇ ਉਹ ਇਸ ਮਤਲਬ ਵਿਸ਼ੇ ਤੇ ਨਾ ਤਾਂ ਗੱਲ ਕਰਦਾ ਹੈ, ਔਰ ਜਿਹੜੇ ਬਾਹਰ ਗਏ ਆ ਉਹਨਾਂ ਦੇ ਵਿੱਚ ਵੀ ਇੰਨੀ ਹਿੰਮਤ ਨਹੀਂ ਹੈਗੀ ਉਹ ਮੇਰੇ ਨਾਲ ਅੱਖ ਮਿਲਾ ਕੇ ਗੱਲ ਕਰ ਲੈਣ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹਨੂੰ ਉੱਥੋਂ ਦੇ ਹਾਲਾਤ ਦਾ ਪਤਾ, ਔਰ ਇਹ ਉਸ ਹਾਲਾਤ ਨੂੰ ਉਸੇ ਤਰ੍ਹਾਂ ਦਿਨ ਬਿਆਨ ਕਰ ਰਿਹਾ। ਜੇ ਆਪਾਂ ਦੂਸਰੇ ਪੱਖ ਤੋਂ, ਮੇਰਾ ਥੋੜ੍ਹਾ ਜਿਹਾ ਪ੍ਰਸ਼ਨ ਸੀ, ਤੁਸੀਂ ਦੂਸਰੂ ਲੈ ਗਏ ਵੀ ਕਮਾਈ ਵਾਲੇ ਪੱਖ ਤੋਂ, ਜਾਂ ਆਪਦੇ ਜਿਹੜੇ ਪਰਿਵਾਰਕ ਦੀ ਜੀਵਨ ਵਧੀਆ ਬਣਾਉਣਾ ਗਾ, ਹਨਾ? ਤਾਂ ਮੈਂ ਤੁਹਾਨੂੰ ਦੱਸਦਾ ਵੀ ਜਿਹੜੀ ਕਮਾਈ ਦੀ ਗੱਲ ਆ ਨਾ, ਕਮਾਈ ਜਿਹੜੀ ਇਸ ਸਿਸਟਮ ਦੇ ਵਿੱਚ ਆ, ਜਿਵੇਂ ਕਾਫੀ ਮਾਡਲ ਆਪਣੇ ਪੰਜਾਬ ਦੇ ਵਿੱਚ ਲੱਗ ਚੁੱਕਿਆ। ਪਿੰਡ ਮਧੇਕੇ ਲੱਗਿਆ ਹੈਗਾ, ਬਰੀ ਵਾਲੇ ਲੱਗਿਆ ਹੈਗਾ, ਔਰ ਧੀਰਾ ਪੱਤਰਾ, ਔਰ ਕਾਫੀ ਕਿਸਾਨ ਹੈਗੇ ਆ ਜਿਹੜੇ ਮਤਲਬ ਜਿਵੇਂ ਹੁਣ ਮੈਂ 2-3 ਸਾਲ ਹੋ ਗਏ ਕਦੇ ਕੈਮਰੇ ਦੇ ਸਾਹਮਣੇ ਜਾਂ ਕਦੇ ਬਾਹਲਾ ਉਹ ਨਹੀਂ ਹੋਇਆਗਾ। ਕਾਰਨ ਕੀ ਆ ਉਹਦਾ? ਕਿਉਂਕਿ ਕਿਸਾਨ ਸੋਚਦਾ ਯਾਰ ਆਪਾਂ ਖੇਤੀ ਕਰਨੀ, ਆਪਾਂ ਕੀ ਲੈਣਾ, ਪਰ ਲੋੜ ਹੈ ਕਿ ਸਭ ਨੂੰ ਦੱਸਣਾ ਪਊਗਾ। ਰਿਸਕੀ ਵੀ ਨਹੀਂ, ਰਿਸਕ ਹੀ ਕੋਈ ਨਹੀਂ, ਰਿਸਕ ਇਹਦੇ ਵਿੱਚ ਕੋਈ ਨਹੀਂ ਹੈਗਾ, ਬੇਸ਼ਰਤ ਕਿ ਤੁਹਾਨੂੰ ਇਹਦੀ ਸਮਝ ਆਉਣੀ ਚਾਹੀਦੀ ਹੈ। ਇਹਨਾਂ 5 ਤੱਤਾਂ ਦੀ ਸਮਝ ਆਉਣੀ ਚਾਹੀਦੀ ਹੈ। ਕਾਹਲ ਨਾ ਕਰੋ, ਇਹਨੂੰ ਸਮਝੋ, ਔਰ ਤਕਨੀਕ ਨੂੰ ਸਮਝ ਕੇ ਫਿਰ ਲਾਗੂ ਕਰੋ, ਔਰ ਥੋੜੇ ਰਕਬੇ ਤੋਂ ਲਾਗੂ ਕਰੋ, ਔਰ ਤਜਰਬਾ ਲੈ ਕੇ ਫਿਰ ਅੱਗੇ ਵਧੋ। ਆਲੇ ਦੁਆਲੇ ਵਾਲੇ ਕਹਿੰਦੇ ਆ ਵੀ ਅਡਾਪਟ ਕਰਾਂਗੇ ਕਿ ਨਹੀਂ? ਹਜੇ ਨਹੀਂ, ਆਲੇ ਦੁਆਲੇ ਵਾਲੇ ਨਾ ਮਤਲਬ ਪਹਿਲਾਂ ਸਟਾਰਟਿੰਗ ਦੇ ਵਿੱਚ, ਜਦੋਂ ਸਟਾਰਟਿੰਗ ਦੇ ਵਿੱਚ ਸੀਗਾ ਕਿ ਬੜਾ ਵਧੀਆ ਜਿਹੜਾ ਕਿ ਸਾਡਾ ਫਸਲ ਬਹੁਤ ਵਧੀਆ ਹੋਈ, ਔਰ ਉਸ ਸਮੇਂ ਆਲੇ ਦੁਆਲੇ ਨੇ ਇਹ ਦੇਖਿਆ ਕਿ ਇਹ ਆਰਗੈਨਿਕ ਕਰਦੇ ਰਹੇ,
ਔਰ ਮੈਂ ਦੱਸ ਦੇਣਾ ਚਾਹਾਂ ਕਿ ਮੈਂ ਆਰਗੈਨਿਕ ਦੇ ਕਹਿ ਲਈਏ ਕਿ ਐ ਨਹੀਂ ਹੈਗਾ ਵੀ ਆਪਾਂ ਆਰਗੈਨਿਕ ਨੂੰ ਕਰਨਾ ਹੈਗਾ, ਪ੍ਰਮੋਟ ਕਰਨਾ, ਉਸ ਕੰਮ ਦਾ ਨਹੀਂਗਾ। ਸਾਡੇ ਕੋਲੇ ਜਿਹੜਾ ਆਹ ਵਿਧੀ ਹੈਗੀ ਆ ਨਾ, ਇਹ ਵਿਧੀ ਇੱਕ ਇਹੋ ਜਿਹੀ ਵਿਧੀ ਆ ਜਿਹਦੇ ਵਿੱਚ ਖਾਦਾਂ ਦੀ ਜ਼ਰੂਰਤ ਨਹੀਂ ਹੈਗੀ। ਸਮਝਣ ਵਾਲੀ ਗੱਲ ਇਹ ਹੈ ਕਿ ਇਹਦੇ ਵਿੱਚ ਹੁਣ ਖਾਦ ਦੀ ਜ਼ਰੂਰਤ ਨਹੀਂ। ਹਰੇਕ ਬੰਦਾ ਕਹਿੰਦਾ ਯਾਰ ਆਰਗੈਨਿਕ ਨਰਮਾ ਕਰਕੇ ਤੂੰ ਕੀ ਕਰਨਾ ਵੀ ਇਹ ਕਿਹੜਾ ਕਿਸੇ ਨੇ ਖਾਣਾ ਹੈਗਾ ਵੀ ਜਾਂ ਤੁਸੀਂ ਉਸ ਵੱਧ ਰੇਟ ਤੇ ਵੇਚਣਾ। ਗੱਲ ਇਹ ਨਹੀਂ ਹੈਗੀ, ਇਹਨੂੰ ਲੋੜ ਨਹੀਂ ਹੈਗੀ ਤੇ ਫਿਰ ਮੈਂ ਵੱਧ ਖਰਚਾ ਕਿਉਂ ਕਰਾਂ ਜਦੋਂ ਮੈਨੂੰ ਇਸ ਤਕਨੀਕ ਦਾ ਪਤਾ ਹੈਗਾ ਕਿ ਇਸ ਤਕਨੀਕ ਦੇ ਨਾਲ ਫਸਲ ਨੂੰ ਖਾਦ ਦੀ ਲੋੜ ਨਹੀਂ ਹੈਗੀ ਔਰ ਮੇਰਾ ਕੋਈ ਦਿਮਾਗ ਨਹੀਂ ਫਿਰਿਆ ਹੈਗਾ ਕਿ ਮੈਂ ਵੱਧ ਖਰਚਾ ਕਰਾਂ। ਔਰ ਖਰਚੇ ਵੱਧ ਜਾਂਦੇ ਆ, ਖਰਚੇ ਦੇ ਨਾਲ ਪਾਣੀ ਵੱਧ ਜਾਂਦਾ, ਪਾਣੀ ਦੇ ਨਾਲ ਧਰਤੀ ਵੱਧ ਜਾਂਦੀ ਹੈ ਔਰ ਧਰਤੀ ਦੇ ਨਾਲ ਨਾਲ ਸਾਡਾ ਜਿਹੜਾ ਸਮਾਜ ਆ, ਸਮਾਜ ਦੀ ਸਿਹਤ ਵੇਖੋ। ਠੀਕ ਹੈ। ਔਰ ਜਿਹੜਾ ਇਸ ਵਿਧੀ ਤੇ ਆਰਗੈਨਿਕ ਜਾਂ ਕਹਿ ਲਓ ਵੀ ਜਾਂ ਖੇਤੀ ਕਰਦਾ, ਮੈਂ ਇਹਨੂੰ ਆਰਗੈਨਿਕ ਨਹੀਂ ਕਹੂੰਗਾ, ਖੇਤੀ ਕਰਦਾ ਜਿਹੜਾ ਇਸ ਵਿਧੀ ਨਾਲ ਕੁਦਰਤੀਕਰਨ ਕਰਦਾ ਖੇਤੀ ਦਾ, ਔਰ ਉਸ ਕੁਦਰਤੀਕਰਨ ਦੇ ਨਾਲ ਇਹੋ ਜਿਹਾ ਅਨਾਜ ਪੈਦਾ ਹੁੰਦਾ ਔਰ ਇੰਨੀ ਕੁ ਕਪੈਸਿਟੀ ਦੇ ਵਿੱਚ ਪੈਦਾ ਹੁੰਦਾ, ਤੁਸੀਂ ਉਸ ਰੇਟ ਤੇ ਹੀ ਵੇਚੋਗੇ ਨਾ ਤਾਂ ਵੀ ਤੁਸੀਂ ਪ੍ਰੋਫਿਟ 'ਚ ਹੀ ਜਾਓਗੇ ਜਿਹੜਾ ਆਮ ਬਾਜ਼ਾਰ ਦੇ ਵਿੱਚ ਰੇਟ ਹੈ। ਔਰ ਸਾਨੂੰ ਕੋਈ ਇਹਦਾ ਅਲੱਗ ਤੋਂ ਰੇਟ ਲੈਣ ਦੀ ਜ਼ਰੂਰਤ ਨਹੀਂ ਹੈਗੀ। ਉਹਦਾ ਕਾਰਨ ਕੀ ਹੈ ਕਿ ਸਾਨੂੰ ਝਾੜ ਬਰਾਬਰ ਮਿਲ ਰਿਹਾ ਔਰ ਬਰਾਬਰ ਤੋਂ ਪਲੱਸ ਸਾਡੇ ਕੋਲੇ ਜਿਵੇਂ ਤੁਹਾਨੂੰ ਦਿਖਾ ਰਹੇ ਹੈਗੇ ਖੱਖੜੀਆਂ, ਔਰ ਇਹ ਖੱਖੜੀਆਂ ਅਸੀਂ ਬੀਜੀਆਂ ਨਹੀਂ ਹੈਗੀਆਂ, ਇਹ ਪਰ ਤੋਂ ਵੀ ਪਿਛਲੇ ਸਾਲ ਦੀਆਂ ਮਤਲਬ ਐਂ ਚੱਲ ਰਹੀਆਂ ਹੈਗੀਆਂ ਜ਼ਮੀਨ ਦੇ ਵਿੱਚ, ਆਪਣੇ ਆਪ ਹੀ ਅਗਲੀ ਫਸਲ ਦੇ ਸਮੇਂ ਤੇ ਆ ਕੇ ਉੱਗ ਆਉਂਦੀ ਹੈ, ਉਹ ਚੱਲ ਪੈਂਦੀਆਂ ਔਰ ਅਸੀਂ ਆਪਣੀ ਫਸਲ ਬੀਜਦੇ ਹਾਂ। ਔਰ ਜਿਹੜੀਆਂ ਖੱਖੜੀ ਆ ਇੰਟਰ ਕ੍ਰੌਪ ਆ, ਜਿਵੇਂ ਇੱਧਰ ਪੇਠਾ ਲੱਗਿਆ ਹੈਗਾ, ਠੀਕ ਆ, ਇਹ ਪੇਠਾ ਵਗੈਰਾ ਇਹਦੇ ਕੀ ਲਾਇਆ ਹੈਗਾ। ਪਿਛਲੀ ਵਾਰ ਮੈਂ ਕੱਦੂ ਲਾਇਆ ਸੀਗਾ ਔਰ ਕੱਦੂ 60,000 ਰੁਪਏ ਦਾ ਕਿੱਲੇ ਦਾ ਕੱਦੂ ਨਿਕਲ ਆਉਂਦਾ ਨਰਮੇ ਦੇ ਵਿੱਚੋਂ। ਔਰ ਤੁਸੀਂ ਨਰਮਾ ਜਿਹੜਾ ਉਹ ਮੰਨ ਕੇ ਚੱਲੋ ਵੀ 13 ਤੋਂ ਲੈ ਕੇ 14 ਕੁਇੰਟਲ ਤਾਂ ਨਾਰਮਲੀ ਕੱਢ ਲਓਗੇ ਔਰ ਸਾਡਾ ਜਿਹੜਾ ਟਾਰਗੇਟ ਆ 20 ਕੁਇੰਟਲ ਨਰਮੇ ਦਾ। 20 ਕੁਇੰਟਲ ਕਿਵੇਂ ਪੂਰਾ ਹੋਊਗਾ? 1250 ਬੂਟਾ ਅਸੀਂ ਇੱਕ ਕਿੱਲੇ ਦੇ ਵਿੱਚ ਲਾਉਣਾ ਔਰ 1250 ਬੂਟੇ ਦੇ ਵਿੱਚ ਤੁਸੀਂ ਦੇਖਦੇ ਹੋਵੋਗੇ ਕਿ ਅਸੀਂ ਬੂਟੇ ਨੂੰ ਇੱਥੋਂ ਤੱਕ ਐਨਾਲਾਈਜ਼ ਕੀਤਾ ਕਿ ਉਹਦੇ ਤੇ 2-2 ਕਿਲੋ ਤੋਂ 2.5 ਕਿਲੋ ਨਰਮਾ ਇੱਕ ਬੂਟੇ ਤੋਂ ਲੈਂਦਾ। ਜੇ ਅਸੀਂ ਐਵਰੇਜ 2 ਕਿਲੋ ਵੀ ਲਾਈਏ ਤੇ ਸਾਡਾ 25 ਕੁਇੰਟਲ ਬਣਦਾ ਔਰ ਅਸੀਂ 20 ਕੁਇੰਟਲ ਦਾ ਟਾਰਗੇਟ ਮੰਨ ਕੇ ਚੱਲੇ, ਜਿਹਦੇ ਵਿੱਚ 14 ਕੁਇੰਟਲ ਅਸੀਂ ਨਰਮਾ ਲੈ ਚੁੱਕੇ ਹਾਂ। ਔਰ ਜਿਸ ਦਿਨ ਅਸੀਂ 20 ਕੁਇੰਟਲ ਨਰਮਾ ਲੈਣ ਦੇ ਵਿੱਚ ਕਾਮਯਾਬ ਹੋ ਗਏ ਔਰ ਨਾਲ ਜਿਹੜੀ ਇੰਟਰ ਕ੍ਰੌਪ ਹੈ, ਇੰਟਰ ਕ੍ਰੌਪ ਦੇਖੋ, ਜੇ ਤੁਸੀਂ ਫਰਵਰੀ ਦੇ ਵਿੱਚ ਨਰਮਾ ਲਾਉਣੇ ਆ, ਫਰਵਰੀ ਦੇ ਵਿੱਚ ਸਹੀ ਸਮਾਂ ਨਰਮੇ ਦਾ, ਔਰ ਜੇਕਰ ਫਰਵਰੀ ਦੇ ਵਿੱਚ ਲਾਉਣੇ ਆ ਤੇ ਇੰਟਰ ਕ੍ਰੌਪ ਤੁਸੀਂ ਪੂਰਾ ਕਿੱਲੇ ਦੀ ਫਸਲ ਲੈ ਸਕਦੇ ਆ। ਸੈਂਚਰੀ ਖਰਬੂਜਾ ਜਿਹੜਾ ਵੀ ਆ ਪੂਰੇ ਕਿੱਲੇ ਦੀ ਜਿੰਨੀ ਹੁੰਦੀ ਹੈ ਔਰ ਉਹ ਸਾਡੀ ਐਕਸਟਰਾ ਹੈ। ਇਹ ਸਾਡੀ ਮਤਲਬ ਐਫਡੀ ਕਹਿ ਲਈਏ ਅਸੀਂ, ਪੱਕੀ ਫਸਲ ਹੈ। ਠੀਕ ਹੈ ਨਾ। ਇਹਨੂੰ ਆਪਾਂ ਜੇ ਮੰਨ ਕੇ ਚਲੋ ਝੋਨੇ ਤੋਂ ਤਾਂ ਇਹਨੇ ਫਿਰ ਵੀ ਪਲੱਸ ਜਾਣਾ ਜੀ। ਔਰ ਜਿਹੜੀ ਵਿੱਚ ਫਸਲ ਲੈ ਗਏ ਉਹ ਸਾਡੀ 50 ਦੀ ਹੋ ਜੇ, 60 ਦੀ ਹੋ ਜੇ, ਲੱਖ ਦੀ ਹੋ ਜੇ, ਉਹ ਪੂਰੀ ਹੋਈ ਹੁੰਦੀ ਆ। 300-350 ਕੁਇੰਟਲ ਜਿਹੜੀ ਸੈਂਚਰੀ ਉਹ ਨਿਕਲ ਆਉਂਦੀ ਕਿੱਲੇ 'ਚੋਂ। ਔਰ ਟਮਾਟਰ ਲਾ ਕੇ ਦੇਖਿਆ, ਟਮਾਟਰ ਬੜਾ ਵਧੀਆ ਹੁੰਦਾ ਔਰ ਡਾਕਟਰ ਜਿੰਨੇ ਵੀ ਕਹਿੰਦੇ ਆ ਉਹ ਕਹਿੰਦੇ ਆ ਇਹਦੇ ਨਾਲ ਇਹ ਨਹੀਂ ਹੋ ਸਕਦਾ, ਇਹਦੇ ਨਾਲ ਆਹ ਨਹੀਂ ਹੋ ਸਕਦਾ, ਇਹਦੇ ਨਾਲ ਉਹ ਨਹੀਂ ਹੋ ਸਕਦਾ। ਅਸੀਂ ਸਾਰੀਆਂ ਕ੍ਰੌਪ ਕਰਕੇ ਦੇਖੀਆਂ, ਵਿੱਚ ਸਾਰੀਆਂ ਹੀ ਹੁੰਦੀਆਂ, ਕੋਈ ਦਿੱਕਤ ਨਹੀਂ ਹੈਗੀ ਜੀ। ਪਰ ਸਮਾਂ ਸਾਨੂੰ ਸਹੀ ਚੁਣਨਾ ਪਊਗਾ, ਸਹੀ ਸਮੇਂ ਤੇ ਫਸਲ ਬੀਜਣੀ ਪਊਗੀ ਜੀ। ਸੁਖਵਿੰਦਰ ਜੀ, ਤੁਸੀਂ ਸਮਾਂ ਦਿੱਤਾ, ਤੁਹਾਡਾ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜੀ ਜੀ। ਹਾਂਜੀ ਜੀ। ਸੋ ਇਹ ਸੀ ਸੁਖਵਿੰਦਰ ਸਿੰਘ, ਪਿੰਡ ਕਿੰਗਰਾ ਤੋਂ, ਜ਼ਿਲ੍ਹਾ ਫਰੀਦਕੋਟ, ਜਿਨ੍ਹਾਂ ਨੇ ਦੱਸਿਆ ਵੀ ਅਸੀਂ ਕਿਵੇਂ ਵਾਤਾਵਰਨ ਨੂੰ ਜਾਂ ਆਪਣੀ ਧਰਤੀ ਮਾਂ ਨੂੰ ਕਿਵੇਂ ਜਿਹੜਾ ਜ਼ਹਿਰ ਮੁਕਤ ਕਰਨਾ ਗਾ, ਜਾਂ ਕਿਸਾਨੀ ਦਾ ਜਿਹੜਾ ਤਰੀਕਾ ਗਾ ਉਹ ਕਿਵੇਂ ਬਦਲਣਾ ਗਾ। ਬਾਹਰੋਂ ਆਏ ਨੇ, ਬਾਹਰੋਂ ਕਿਉਂ ਆਏ ਇਹ ਵੀ ਦੱਸਿਆ, ਤੇ ਬਾਹਰੋਂ ਆ ਕੇ ਇੱਥੇ ਕੀ ਪ੍ਰਾਪਤੀ ਕਰੀ ਉਹ ਵੀ ਦੱਸੀ। ਅੱਗੇ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਕਿਸਾਨ ਵੀਰ ਦੇ ਨਾਲ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।